ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਆਪਣੇ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹਦੀਆਂ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਨੇ ਉਹ ਗਿਣਾ ਰਹੇ ਨੇ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਕਿਸਾਨ ਇੱਥੇ ਧਰਨਾ ਲਾ ਕੇ ਬੈਠੇ ਨੇ। ਕਿਸਾਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ। ਕਿਸਾਨ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜਿਹੜੀ ਕੱਲ ਲਾਠੀਚਾਰਜ ਕੀਤਾ ਗਿਆ ਸੀਗਾ ਕਿਸਾਨਾਂ ਦੇ ਉੱਤੇ ਤੇ ਲਹੂ ਲੁਹਾਨ ਵਾਲੀਆਂ ਜਿਹੜੀ ਤਸਵੀਰਾਂ ਆਈਆਂ ਸੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਐਸਡੀਐਮ ਦਾ ਬਿਆਨ ਜਿਹੜਾ ਸਾਹਮਣੇ ਆਇਆ ਸੀਗਾ ਕਿ ਕਿਸਾਨਾਂ ਦਾ ਸਿਰ ਫੋੜ ਦਿਓ, ਉਸ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਹੈਗਾ ਹੋਰ ਜ਼ਿਆਦਾ ਵਧਿਆ ਹੈਗਾ। ਜੇ ਖੱਟੜ ਸਾਹਿਬ ਉੱਥੇ ਆ ਸਕਦੇ ਆ ਤਾਂ ਸਾਨੂੰ ਵੀ ਉੱਥੇ ਜਾਣ ਦੇਣਾ ਚਾਹੀਦਾ ਸੀ। ਅਸੀਂ ਇਸ ਚੰਡੀਗੜ੍ਹ ਦੇ ਵਸਨੀਕ, ਚੰਡੀਗੜ੍ਹ ਦੇ ਲੋਕ, ਚੰਡੀਗੜ੍ਹ ਦੇ ਕਿਸਾਨ, ਸਾਨੂੰ ਇਹ ਹੱਕ ਵੀ ਨਹੀਂ ਰਿਹਾ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ। ਇੱਥੇ ਮੈਂ ਕਹਿੰਦਾ ਵੀ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ। ਐਸਡੀਐਮ ਦੀ ਜਿਹੜੀ ਸਟੇਟਮੈਂਟ ਆਈ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਗਿਆ। ਲੋਕਾਂ ਦੇ ਵਿੱਚ ਰੋਡ ਜਾਮ ਕੀਤੇ ਗਏ ਤੇ ਰੋਡ ਪਿਛਲੇ 9 ਮਹੀਨਿਆਂ ਤੋਂ ਵੀ ਜਾਮ ਕੀਤੇ ਜਾ ਰਹੇ ਨੇ, ਪਰ ਹਾਲੇ ਤੱਕ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ। ਤੁਹਾਨੂੰ ਲੱਗਦਾ ਕਿ ਚੱਕੇ ਜਾਮ ਕਰਨ ਨਾਲ ਮਸਲਾ ਹੱਲ ਹੋ ਜਾਊਗਾ? ਜਦੋਂ ਤੱਕ ਇਹ ਨਕੰਮੀ ਸਰਕਾਰ ਸੱਤਾ ਦੇ ਵਿੱਚ ਰਹੂਗੀ ਇਹ ਰੋਡ ਜਾਮ ਇਦਾਂ ਹੀ ਹੁੰਦੇ ਰਹਿਣਗੇ। ਤੁਸੀਂ ਕਹਿ ਰਹੇ ਹੋ ਕਿ ਸ਼ਾਂਤਮਈ ਰਹਿਣਾ ਅਸੀਂ ਤੇ ਸ਼ਾਂਤਮਈ ਪ੍ਰੋਟੈਸਟ ਕਰਨਾ ਹੈ, ਪਰ ਹੁਣ ਦੇਖਿਆ ਜਾਵੇ ਇਹ ਹਿੰਸਕ ਵਾਰਦਾਤਾਂ ਵੀ ਵਾਪਰਨੇ ਸ਼ੁਰੂ ਹੋ ਗਈਆਂ। ਕੱਲ ਬੀਜੇਪੀ ਦੇ ਇੱਕ ਲੀਡਰ ਦਾ ਵੀ ਕੁਟਾਪਾ ਹੋਇਆ ਉੱਥੇ ਹਰਿਆਣੇ ਦੇ ਵਿੱਚ ਤੇ ਕਈ ਕਿਸਾਨਾਂ ਦੇ ਉੱਤੇ ਵੀ ਲਾਠੀਚਾਰਜ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਤਣਾਅਪੂਰਨ ਹੋਰ ਹਾਲਾਤ ਬਣ ਸਕਦੇ ਨੇ ਇਸ ਨਾਲ? ਜਦੋਂ ਐਸਡੀਐਮ ਵਰਗੇ ਲੋਕ ਪੜ੍ਹੇ ਲਿਖੇ, ਜਿਹੜੀ ਪੜ੍ਹੀ ਲਿਖੀ ਲੌਬੀ ਕਹਿ ਦਿੰਦੇ ਆ, ਉਹ ਪੁੱਛ ਕੇ ਪੁਸ਼ਟੀ ਕਰਦੇ ਆ ਕਿ ਤੁਸੀਂ ਇਹਨਾਂ ਲੋਕਾਂ ਦੇ ਸਿਰ ਪਾੜੋਗੇ, ਤੁਸੀਂ ਇਹਨਾਂ ਲੋਕਾਂ ਦੇ ਡੰਡੇ ਮਾਰੋਗੇ। ਜਦੋਂ ਤੱਕ ਇਹੋ ਜਿਹੇ ਬਿਆਨ ਸਾਡੇ ਪੜ੍ਹੇ ਲਿਖੇ ਅਫਸਰ ਦੇਣਗੇ ਤਾਂ ਮੈਂ ਨਹੀਂ ਕਹਿੰਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਰੁਕਣਗੀਆਂ। ਬਾਪੂ ਜੀ, ਤੁਹਾਨੂੰ ਇੱਥੇ ਰੋਕ ਦਿੱਤਾ ਗਿਆ, ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ। ਹੁਣ ਕੀ ਅੱਗੇ ਵਧੋਗੇ ਜਾਂ ਇੱਥੇ ਧਰਨਾ ਦੋਗੇ? बढ़ूंगा क्या, बनूंगा क्यों नहीं बनूंगा? नहीं एसडीएम में क्या मतलब बनता भी लाठियां डांगा मारो? ਅਸੀਂ ਵਿਰੋਧ ਕਰ ਰਹੇ ਹਾਂ, ਖੜੇ ਹਾਂ, ਆਪਣਾ ਝੰਡੇ ਦਿਖਾ ਰਹੇ, ਹੋਰ ਕੀ ਕਰ, ਮੈਂ ਗੋਲੀ ਮਾਰਨੀ ਹਮੇ। ਲੱਗਦਾ ਤੁਹਾਨੂੰ ਸਰਕਾਰ ਮੰਨੂਗੀ? ਵੈਸੇ ਵੀ ਤਾਂ ਸਾਡੀ ਰੋਟੀ ਖੋ ਰਿਹਾ, ਮਾਰੂਗਾ ਹੀ। ਇਸ ਨਾਲੋਂ ਅਸੀਂ 5-4 ਸਾਲ ਨਾਲੋਂ ਮਰਨ ਨਾਲੋਂ ਅੱਜ ਮਰਨਾ ਪਸੰਦ ਕਰਾਂਗੇ। ਇਸ ਲਈ ਅਸੀਂ ਸੜਕਾਂ ਜਾਮ ਕਰਾਂਗੇ, ਐਦਾਂ ਹੀ ਜਾਮ ਕਰਾਂਗੇ ਜਿੰਨੀ ਦੇਰ ਸਰਕਾਰ ਨਹੀਂ ਮੰਨਦੀ। ਸਿਰ ਪਾੜ ਦੋ ਦਾ ਕੀ ਮਤਲਬ ਆ? ਸਾਡਾ ਹੱਕ ਬਣਦਾ, ਅਸੀਂ ਪ੍ਰੋਟੈਸਟ ਕਰ ਸਕਦੇ ਹਾਂ, ਅਸੀਂ ਪ੍ਰੋਟੈਸਟ ਕਰਾਂਗੇ। ਜਿੰਨਾ ਧੱਕਾ ਕਰਦੇ ਨੇ ਕਰ ਲੈਣ। ਪਹਿਲਾਂ ਅੰਦੋਲਨ ਹੁੰਦੇ ਸੀ, ਔਰਤਾਂ ਘਰਾਂ ਵਿੱਚ ਬੈਠ ਜਾਂਦੀਆਂ ਸੀਗੀਆਂ ਤੇ ਚੁੱਲ੍ਹਾ ਚੌਂਕਾ ਸਾਂਭਦੀਆਂ ਸੀ। ਅੱਜ ਸੜਕਾਂ ਦੇ ਉੱਤੇ ਬੈਠੀਆਂ ਨੇ, ਕੀ ਤਬਦੀਲੀ ਦੇਖਦੇ? ਜਿਹੜੀ ਇਹ ਗੰਦੀ ਸਰਕਾਰ ਬੀਜੇਪੀ ਦੀ ਸਰਕਾਰ ਹੈ, ਇਹ ਸਾਡੇ ਚੁੱਲ੍ਹੇ ਚੌਂਕੇ ਤੋਂ ਸਾਡੀ ਰੋਟੀ ਖੋ ਰਹੀ ਆ। ਫਿਰ ਚੁੱਲ੍ਹੇ ਚੌਂਕੇ ਤੇ ਬੈਠਣ, ਜਦ ਰੋਟੀ ਹੀ ਨਹੀਂ ਰਹਿਣੀ ਫਿਰ ਚੁੱਲ੍ਹੇ ਚੌਂਕੇ ਤੇ ਬੈਠਣ ਦਾ ਫਾਇਦਾ ਕੀ ਰਿਹਾ? ਜਿਸ ਦਿਨ ਬਿੱਲ ਪਾਸ ਹੋ ਕੇ ਆਏ ਨੇ, ਇਹ ਹਰਸਿਮਰਤ ਬਾਦਲ ਆ, ਉਸਨੇ ਵੀ ਇਸ ਤੇ ਸਾਈਨ ਕਰੇ ਨੇ ਵੀ ਹਾਂ ਇਹ ਬਿੱਲ ਠੀਕ ਨੇ। ਕੈਪਟਨ ਦੇ ਵੀ ਇਸ ਤੇ ਸਾਈਨ ਨੇ। ਇਹ ਅੰਦਰ ਤੋਂ ਸਾਰੀਆਂ ਸਰਕਾਰਾਂ ਰਲੀਆਂ ਮਿਲੀਆਂ ਹੋਈਆਂ ਨੇ। ਇਹ ਅੱਜ ਕੁਛ ਕਹੀ ਜਾਣਾ, ਅਸੀਂ ਕਿਸਾਨਾਂ ਨਾਲ ਖੜੇ ਆ। ਤੋਂ ਫਿਰ ਪੁਲਿਸ ਵਾਲੇ ਥੱਪੜ ਮਾਰਿਆ ਲੇਡੀ ਦੇ, ਉਹਦੀ ਕੀ ਜ਼ਰੂਰਤ ਸੀਗੀ ਥੱਪੜ ਮਾਰਨੇ ਦੀ? ਇਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਬਣਦਾ। ਕੀ ਦੇਖਦੇ ਹੋ ਕਿ ਇਸ ਵਾਰ ਮਰਦਾਂ ਦੇ ਨਾਲ ਮੋਢਾ ਲਾ ਕੇ ਔਰਤਾਂ ਖੜੀਆਂ ਨੇ, ਕੀ ਲੋੜ ਪੈ ਗਈ? ਐਵੇਂ ਦਾ ਇੰਨਾ ਕੁਝ ਹੋਇਆ ਨਹੀਂ। ਜਦੋਂ ਦੀ ਅਸੀਂ ਪ੍ਰਦਰਸ਼ਨ ਕੀਤੀ ਹੈ ਜੀ, ਇੰਨਾ ਕੁਝ ਹੋਇਆ ਹੀ ਨਹੀਂ ਜੋ ਕਿ ਔਰਤਾਂ ਬਾਹਰ ਨਿਕਲਣ ਦੀ ਜ਼ਰੂਰਤ ਪਵੇ। ਇਹ ਇੰਨੀ ਗੰਦੀ ਸਰਕਾਰ ਨੇ ਔਰਤਾਂ ਵੀ ਬਾਹਰ ਕੱਢਤੀਆਂ ਨੇ। ਕਿਸਾਨ ਅੰਦੋਲਨ ਨੂੰ 9 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਕੱਲ ਹਰਿਆਣਾ ਦੇ ਕਰਨਾਲ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ, ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ 7ਵੇਂ ਅਸਮਾਨ ਦੇ ਉੱਤੇ ਪੁੱਜ ਗਿਆ। ਅੱਜ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਆਪਣੇ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹਦੀਆਂ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਨੇ ਉਹ ਗਿਣਾ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਪੁੱਜੇ ਹੋਏ ਨੇ, ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿੱਤਾ ਗਿਆ। ਇਸ ਵੇਲੇ ਅਸੀਂ 20 ਸੈਕਟਰ ਦੀ ਰੋਡ ਦੇ ਉੱਤੇ ਖੜੇ ਹੋਏ ਹਾਂ ਚੰਡੀਗੜ੍ਹ ਦੇ ਵਿੱਚ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਕਿਸਾਨ ਇੱਥੇ ਧਰਨਾ ਲਾ ਕੇ ਬੈਠੇ ਨੇ। ਕਿਸਾਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ ਤੇ ਜੋ ਪ੍ਰੈਸ ਕਲੱਬ ਤੋਂ ਖਬਰ ਆ ਰਹੀ ਹੈ ਉਸ ਦਾ ਆਲੇ ਦੁਆਲਾ ਜਿਹੜਾ ਏਰੀਆ ਹੈਗਾ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਵੱਡੇ ਪੱਧਰ ਦੇ ਉੱਤੇ ਇੱਥੇ ਸੁਰੱਖਿਆ ਜਿਹੜੇ ਮੁਲਾਜ਼ਮ ਉਹ ਵੀ ਤਾਇਨਾਤ ਕੀਤੇ ਹੋਏ ਨੇ। ਸੋ ਕਿਸਾਨ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜਿਹੜੀ ਕੱਲ ਲਾਠੀਚਾਰਜ ਕੀਤਾ ਗਿਆ ਸੀਗਾ ਕਿਸਾਨਾਂ ਦੇ ਉੱਤੇ ਤੇ ਲਹੂ ਲੁਹਾਨ ਵਾਲੀਆਂ ਜਿਹੜੀ ਤਸਵੀਰਾਂ ਆਈਆਂ ਸੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਐਸਡੀਐਮ ਦਾ ਬਿਆਨ ਜਿਹੜਾ ਸਾਹਮਣੇ ਆਇਆ ਸੀਗਾ ਕਿ ਕਿਸਾਨਾਂ ਦਾ ਸਿਰ ਫੋੜ ਦਿਓ, ਉਸ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਹੈਗਾ ਹੋਰ ਜ਼ਿਆਦਾ ਵਧਿਆ ਹੈਗਾ। ਸੋ ਅੱਜ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਪ੍ਰੈਸ ਕਲੱਬ ਵੱਲ ਕੂਚ ਕਰ ਰਹੇ ਸਨ, ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਗੁਰਪ੍ਰੀਤ ਸਿੰਘ ਸੋਮਲ, ਜਨਰਲ ਸਕੱਤਰ ਪੇਂਡੂ ਸੰਘਰਸ਼ ਕਮੇਟੀ
ਦੇ ਆਗੂ ਸਾਡੇ ਨਾਲ ਲੱਗੇ ਨੇ, ਗੱਲਬਾਤ ਕਰਾਂਗੇ। ਗੁਰਪ੍ਰੀਤ ਜੀ, ਤੁਸੀਂ ਇੱਥੇ ਧਰਨਾ ਲਾਇਆ ਹੋਇਆ, ਕੀ ਵੱਡਾ ਕਾਰਨ? ਦੇਖੋ ਜੀ, ਵੱਡਾ ਕਾਰਨ ਤਾਂ ਇਹ ਆ ਕਿ ਅੱਜ ਮਨੋਹਰ ਲਾਲ ਖੱਟਰ ਜਿਹੜੇ ਕਿ ਸੀਐਮ ਸਾਹਿਬ ਆ ਰਹੇ ਸੀਗੇ 27 ਸੈਕਟਰ ਪ੍ਰੈਸ ਕਲੱਬ ਦੇ ਵਿੱਚ, ਉਹਨਾਂ ਦੇ ਵਿਰੋਧ ਦਰਜ ਕਰਨ ਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਸੀਗੇ, ਪਰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ, ਇੱਥੇ ਹੀ ਰੋਕ ਲਿਆ ਸਾਨੂੰ। ਇਸ ਕਰਕੇ ਅਸੀਂ ਇਸ ਸੜਕ ਦੇ ਉੱਤੇ ਹੀ ਧਰਨਾ ਦੇ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਜੇ ਖੱਟਰ ਸਾਹਿਬ ਉੱਥੇ ਆ ਸਕਦੇ ਆ ਤਾਂ ਸਾਨੂੰ ਵੀ ਉੱਥੇ ਜਾਣ ਦੇਣਾ ਚਾਹੀਦਾ ਸੀ। ਪੁਲਿਸ ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਕਿ ਅਸੀਂ ਇਸ ਚੰਡੀਗੜ੍ਹ ਦੇ ਵਸਨੀਕ, ਚੰਡੀਗੜ੍ਹ ਦੇ ਲੋਕ, ਚੰਡੀਗੜ੍ਹ ਦੇ ਕਿਸਾਨ, ਸਾਨੂੰ ਇਹ ਹੱਕ ਵੀ ਨਹੀਂ ਰਿਹਾ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ। ਸਾਨੂੰ ਇਹ ਹੱਕ ਵੀ ਨਹੀਂ ਰਿਹਾ ਕਿ ਇਹਨਾਂ ਨੂੰ 2 ਕਿਲੋਮੀਟਰ 2.5 ਕਿਲੋਮੀਟਰ ਦੂਰ ਰੋਕ ਦਿੱਤਾ ਜਾਵੇ। ਕਿਸੇ ਤਰ੍ਹਾਂ ਦਾ ਇੱਥੇ ਮੈਂ ਕਹਿੰਦਾ ਵੀ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ। ਕੱਲ ਐਸਡੀਐਮ ਦੀ ਜਿਹੜੀ ਸਟੇਟਮੈਂਟ ਆਈ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਗਿਆ ਲੋਕਾਂ ਦੇ ਵਿੱਚ। ਰੋਡ ਜਾਮ ਕੀਤੇ ਗਏ ਤੇ ਰੋਡ ਪਿਛਲੇ 9 ਮਹੀਨਿਆਂ ਤੋਂ ਵੀ ਜਾਮ ਕੀਤੇ ਜਾ ਰਹੇ ਨੇ, ਪਰ ਹਾਲੇ ਤੱਕ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ। ਤੁਹਾਨੂੰ ਲੱਗਦਾ ਕਿ ਚੱਕੇ ਜਾਮ ਕਰਨ ਨਾਲ ਮਸਲਾ ਹੱਲ ਹੋ ਜਾਊਗਾ? ਬਿਲਕੁਲ ਜੀ, ਦੇਖੋ ਜਦੋਂ ਤੱਕ ਇਹ ਨਕੰਮੀ ਸਰਕਾਰ ਸੱਤਾ ਦੇ ਵਿੱਚ ਰਹੂਗੀ ਇਹ ਰੋਡ ਜਾਮ ਇਦਾਂ ਹੀ ਹੁੰਦੇ ਰਹਿਣਗੇ। ਆਏ ਦਿਨ ਕੋਈ ਨਵੀਂ ਘਟਨਾ ਹੁੰਦੀ ਰਹੂਗੀ ਔਰ ਨਵੀਂ ਘਟਨਾ ਦੇ ਏਵਜ ਦੇ ਵਿੱਚ ਹਰੇਕ ਆਏ ਦਿਨ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਰਿਆਣੇ ਦੇ ਵਿੱਚ, ਸਮੁੱਚੇ ਦੇਸ਼ ਦੇ ਵਿੱਚ ਚੱਕਾ ਜਾਮ ਹੁੰਦਾ ਰਹੂਗਾ ਜਦੋਂ ਤੱਕ ਇਹ ਹੱਲ ਹੋ ਨਹੀਂ ਜਾਂਦਾ, ਜਦੋਂ ਤੱਕ ਇਹ ਦੇਸ਼ ਨੂੰ ਵੇਚਣਾ ਬੰਦ ਨਹੀਂ ਕਰ ਦਿੰਦੇ। ਮੈਂ 3 ਕਾਲੇ ਕਾਨੂੰਨਾਂ ਦੀ ਗੱਲ ਨਹੀਂ ਕਰਾਂਗਾ, 3 ਕਾਲੇ ਕਾਨੂੰਨ ਤਾਂ ਰੱਦ ਕਰਵਾਉਣੇ ਆ, MSP ਵੀ ਲੈ ਕੇ ਰਹਿਣੀ ਆ, ਪਰ ਉਸ ਤੋਂ ਬਿਨਾਂ ਵੀ ਜਿਹੜੇ ਇਹਨਾਂ ਨੇ ਦੇਸ਼ ਨੂੰ ਵੇਚਣ ਦਾ, ਦੇਸ਼ ਦੀ ਪ੍ਰਾਪਰਟੀ ਨੂੰ ਵੇਚਣ ਦਾ ਲੱਕ ਬੰਨਿਆ ਹੋਇਆ, ਜਦੋਂ ਤੱਕ ਇਹ ਚੀਜ਼ ਰੁਕ ਨਹੀਂ ਜਾਂਦੀ ਨਾ, ਉਦੋਂ ਤੱਕ ਦੇਸ਼ ਦੇ ਵਿੱਚ ਮਾਹੌਲ ਆ ਜਿਹੜਾ ਇਸੇ ਤਰ੍ਹਾਂ ਮਗਦਾ ਰਹੂਗਾ। ਇਹ ਧਰਨੇ ਪ੍ਰਦਰਸ਼ਨ ਹੁੰਦੇ ਰਹਿਣਗੇ ਤੇ ਰੋਡ ਜਾਮ ਹੁੰਦੇ ਰਹਿਣਗੇ। ਹਰਿਆਣਾ ਦੇ ਸੀਐਮ ਦਾ ਤੁਸੀਂ ਘਿਰਾਓ ਕਰਦੇ ਹੋ ਪਏ ਲਗਾਤਾਰ ਹੈ ਨਾ, ਹਰਿਆਣਾ ਦੇ ਸੀਐਮ ਦੇ ਘਿਰਾਓ ਦੇ ਨਾਲ ਤੁਹਾਨੂੰ ਲੱਗਦਾ ਕਿ ਮਸਲੇ ਜਿਹੜੇ ਹੈਗੇ ਨੇ ਹੱਲ ਹੋਣਗੇ? ਦੇਖੋ ਜੀ, ਅਸੀਂ ਇਕੱਲਾ ਹਰਿਆਣੇ ਦੇ ਸੀਐਮ ਦਾ ਹੀ ਘਿਰਾਓ ਨਹੀਂ ਕਰਦੇ ਹਾਂ, ਅਸੀਂ ਬੀਜੇਪੀ ਦੇ ਹਰ ਉਸ ਮੈਂਬਰ ਦਾ ਘਿਰਾਓ ਕਰਦੇ ਹਾਂ ਜਿਹੜਾ ਇਹ ਕਹਿੰਦਾ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਸਾਡੀ ਤਾਂ ਸਿੱਧੀ ਉਹਨਾਂ ਨੂੰ ਇੱਕ ਬੇਨਤੀ ਆ ਕਿ ਸਾਡੇ ਨਾਲ ਬੈਠ ਕੇ ਵਿਚਾਰਾਂ ਕਰ ਲੈਣ, ਸਾਡੇ ਨਾਲ ਬੈਠ ਕੇ ਸਾਨੂੰ ਸਮਝਾਤਾ ਦੇਣ ਕਿ ਕਾਨੂੰਨ ਸਾਡੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ ਕਿਵੇਂ ਨੇ। ਇਹ ਸਾਡੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੀ ਉੱਪਰਲੀ ਲੀਡਰਸ਼ਿਪ ਨੂੰ ਚੰਗੀ ਤਰ੍ਹਾਂ ਨਾਲ ਸਮਝਾਤਾ ਕਿ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਤੁਕ ਨਹੀਂ ਹੈਗੀ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ, ਕੋਈ ਵੀ ਕਾਨੂੰਨ ਦੇ ਵਿੱਚ ਮੱਦ ਇਹੋ ਜਿਹੀ ਨਹੀਂ ਹੈ ਜਿਹੜੀ ਕਿਸਾਨੀ ਦੇ ਹੱਕ ਦੇ ਵਿੱਚ ਹੋਵੇ। ਇਹ ਛੋਟੇ ਜਿਹੇ ਲੀਡਰ ਨੇ ਜਿਹੜੇ ਇਹ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਲੈਣ। ਇੱਕ ਸਵਾਲ ਜ਼ਰੂਰ ਖੜਾ ਹੈ, ਮੈਂ ਤੁਹਾਨੂੰ ਸੁਣ ਰਿਹਾ ਸੀ ਜਦੋਂ ਤੁਸੀਂ ਭਾਸ਼ਣ ਦੇ ਰਹੇ ਸੀ, ਤੁਸੀਂ ਕਹਿ ਰਹੇ ਹੋ ਕਿ ਸ਼ਾਂਤਮਈ ਰਹਿਣਾ ਹੈ ਅਸੀਂ ਤੇ ਸ਼ਾਂਤਮਈ ਪ੍ਰੋਟੈਸਟ ਕਰਨਾ ਹੈ, ਪਰ ਹੁਣ ਦੇਖਿਆ ਜਾਵੇ ਇਹ ਹਿੰਸਕ ਵਾਰਦਾਤਾਂ ਵੀ ਵਾਪਰਨੇ ਸ਼ੁਰੂ ਹੋ ਗਈਆਂ। ਕੱਲ ਬੀਜੇਪੀ ਦੇ ਇੱਕ ਲੀਡਰ ਦਾ ਵੀ ਕੁਟਾਪਾ ਹੋਇਆ ਉੱਥੇ ਹਰਿਆਣੇ ਦੇ ਵਿੱਚ ਤੇ ਕਈ ਕਿਸਾਨਾਂ ਦੇ ਉੱਤੇ ਵੀ ਲਾਠੀ ਚਾਰਜ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਤਣਾਅਪੂਰਨ ਹੋਰ ਹਾਲਾਤ ਬਣ ਸਕਦੇ ਨੇ ਇਸ ਨਾਲ? ਦੇਖੋ ਜੀ, ਜਦੋਂ ਪੜ੍ਹੀ ਲਿਖੀ ਲੌਬੀ, ਜਿਹਨੂੰ ਅਸੀਂ IPS PCS ਅਫਸਰ ਕਹਿ ਦਿੰਦੇ ਆ, ਜਦੋਂ SDM ਵਰਗੇ ਲੋਕ ਜਿਹੜੀ ਪੜ੍ਹੀ ਲਿਖੀ ਲੌਬੀ ਕਹਿ ਦਿੰਦੇ ਆ, ਕਿਸਾਨਾਂ ਨੂੰ ਤਾਂ ਅਨਪੜ੍ਹ ਦੱਸਦੇ ਆ ਜਿਹੜੇ 9 ਮਹੀਨੇ ਤੋਂ ਸ਼ਾਂਤਪੂਰਵਕ ਬੈਠੇ ਆ, ਜਦੋਂ ਤੱਕ ਇਹੋ ਜਿਹੀ ਲੌਬੀ ਕਿਸਾਨਾਂ ਦਾ ਸਿਰ ਫੋੜਨ ਦਾ ਆਦੇਸ਼ ਦਿੰਦੀ ਆ, ਕਿਸਾਨਾਂ ਦੀਆਂ ਲੱਤਾਂ ਤੋੜਨ ਦਾ ਆਦੇਸ਼ ਦਿੰਦੀ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿੰਦੀ ਆ ਕਿ ਮੈਨੂੰ ਕੋਈ ਮੁੜ ਕੇ ਨਹੀਂ ਆਉਣਾ ਦਿਖਣਾ ਚਾਹੀਦਾ, ਤੁਸੀਂ ਡੰਡੇ ਮਾਰੋਗੇ। ਉਹ ਬਾਰ-ਬਾਰ ਪੁਸ਼ਟੀ ਕਰਦੇ ਆ, ਪੁੱਛ ਕੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਅਸੀਂ ਪੜ੍ਹੀ ਲਿਖੀ ਲੌਬੀ ਕਹਿੰਦੇ ਆ, ਉਹ ਪੁੱਛ ਕੇ ਪੁਸ਼ਟੀ ਕਰਦੇ ਆ ਕਿ ਤੁਸੀਂ ਇਹਨਾਂ ਲੋਕਾਂ ਦੇ ਸਿਰ ਪਾੜੋਗੇ, ਤੁਸੀਂ ਇਹਨਾਂ ਲੋਕਾਂ ਦੇ ਡੰਡੇ ਮਾਰੋਗੇ। ਜਦੋਂ ਤੱਕ ਇਹੋ ਜਿਹੇ ਬਿਆਨ ਸਾਡੇ ਪੜ੍ਹੇ ਲਿਖੇ ਅਫਸਰ ਦੇਣਗੇ ਤਾਂ ਮੈਂ ਨਹੀਂ ਕਹਿੰਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਰੁਕਣਗੀਆਂ। ਲੋਕਾਂ ਦੇ ਵਿੱਚ ਰੋਸ਼ ਆ, ਇਸੇ ਰੋਸ਼ ਦੇ ਏਵਜ ਦੇ ਵਿੱਚ ਜਿਹੜਾ ਕੱਲ ਇੱਕ ਨੇਤਾ ਦੀ ਕਟਾਈ ਹੋਈ ਆ, ਆਪਾਂ ਕਹਿ ਸਕਦੇ ਆ, ਜਿਹੜੇ ਨੇਤਾ ਦੇ ਕੱਲ ਇਹਨਾਂ ਨੇ ਡੰਡਾ ਮਾਰਿਆ ਹੈ, ਉਹ ਇਸੇ ਏਵਜ ਦੇ ਵਿੱਚ ਮਾਰਿਆ। ਜਦੋਂ ਪੜ੍ਹੀ ਲਿਖੀ ਲੌਬੀ ਮਾਰ ਸਕਦੀ ਆ ਤਾਂ ਸਾਡੇ ਅਨਪੜ੍ਹ ਕਿਸਾਨ ਵੀ ਮਾਰ ਸਕਦੇ, ਉਹਨਾਂ ਦੇ ਵੀ ਹੱਥ ਬੰਨੇ ਨਹੀਂ ਹੋਏ ਹੈ। ਸੋ SDM ਦੇ ਹੱਕ ਦੇ ਵਿੱਚ ਪ੍ਰਸ਼ਾਸਨ ਖੜਾ ਨਜ਼ਰ ਆ ਰਿਹਾ ਹੈ। ਅੱਜ SDM ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਇੱਕ ਛੋਟਾ ਜਿਹਾ ਹਿੱਸਾ ਉਹਦਾ ਪੇਸ਼ ਲੀਕ ਕੀਤਾ ਗਿਆ, ਲੇਕਿਨ ਉਹ ਕਹੇ ਕਿ ਮੈਨੂੰ ਡਰ ਸੀਗਾ ਕਿ ਜੇ ਕਿਸਾਨ ਅੱਗੇ ਵੱਧ ਜਾਂਦੇ ਨੇ ਹੋਰ ਕਿਤੇ ਹਾਲਾਤ ਜ਼ਿਆਦਾ ਨਾ ਵਿਗੜ ਜਾਣ, ਇਸ ਸੰਦਰਭ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀਗਾ। ਦੇਖੋ ਜੀ, ਮੈਂ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹੋ ਜਾਂਦਾ ਕਿ ਤਰੋੜ ਮਰੋੜ ਕੇ ਬਿਆਨ ਦਿੱਤਾ ਗਿਆ ਹੋ ਸਕਦਾ ਹੈ, ਪਰ ਸਿਰ 'ਚ ਡੰਡਾ ਮਾਰਨ ਵਾਲੇ ਬੋਲ ਤਾਂ ਉਹਨਾਂ ਦੇ ਹੀ ਨੇ। ਜੇ ਬਿਆਨ ਕੱਟ ਕੇ ਯਾਰ ਤੋੜ ਮਰੋੜ ਕੇ ਵੀ ਦਿੱਤਾ ਹੈ ਤਾਂ ਇਹ ਬਿਆਨ ਤਾਂ ਉਹਨਾਂ ਦੇ ਹੀ ਹੈ ਕਿ ਸਿਰ ਵਿੱਚ ਡੰਡਾ ਮਾਰਿਆ ਜਾਵੇ। ਸਿਰ ਵਿੱਚ ਡੰਡਾ ਮਾਰਨਾ ਕਿੱਥੋਂ ਦਾ ਨਿਆਂ ਆ? ਤੁਸੀਂ ਜੇ ਕਿਸੇ ਭੀੜ ਨੂੰ, ਉਗਰ ਹੁੰਦੀ ਭੀੜ ਨੂੰ ਰੋਕਣਾ, ਤੁਸੀਂ ਲੱਤਾਂ ਦੇ ਡੰਡਾ ਮਾਰ ਸਕਦੇ ਆ, ਤੁਸੀਂ ਉਹਨਾਂ ਨੂੰ ਡਰਾਉਣ ਦੇ ਵਾਸਤੇ ਕੋਈ ਅਥਰੂ ਗੈਸ ਦਾ ਪ੍ਰਯੋਗ ਕਰ ਸਕਦੇ ਆ, ਤੁਸੀਂ ਵਾਟਰ ਕੈਨਨ ਦਾ ਪ੍ਰਯੋਗ ਕਰ ਸਕਦੇ ਆ। ਮੰਗ ਕਰਦੇ ਹੋ ਤੁਸੀਂ ਹੁਣ ਤੁਸੀਂ ਧਰਨਾ ਪੱਕੇ ਤੌਰ ਤੇ ਇੱਥੇ ਲਾਣਾ ਹੈ ਜਾਂ ਅੱਗੇ ਵਧੋਗੇ? ਕੀ ਸੋਚਿਆ ਅੱਗੇ? ਨਹੀਂ, ਦੇਖੋ ਸਾਡਾ ਅੱਗੇ ਵਧਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।
ਸਾਡਾ ਅੱਜ ਦਾ ਸਿੰਬੋਲਿਕ ਪ੍ਰਦਰਸ਼ਨ ਸੀਗਾ ਜੋ ਅਸੀਂ ਇਹ ਪ੍ਰੋਟੈਸਟ ਇੱਥੇ ਕਰ ਰਹੇ ਹਾਂ। ਇਸ ਕਰਕੇ ਅਸੀਂ ਕੋਈ ਅੱਗੇ ਵਧਣਾ, ਸਾਡਾ ਕੋਈ ਇਹ ਨਹੀਂ ਹੈ ਕਿ ਅਸੀਂ ਜਾ ਕੇ ਬੈਰੀਕੇਡ ਚੱਕਣੇ ਆ ਜਾਂ ਅਸੀਂ ਜਾ ਕੇ ਉੱਥੋਂ ਖੱਟਰ ਨੂੰ ਭਜਾਉਣਾ ਹੈ। ਇਸ ਤਰ੍ਹਾਂ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਸਾਡਾ ਸਿੰਬੋਲਿਕ ਪ੍ਰਦਰਸ਼ਨ ਆ ਕਿ ਸਾਡੇ ਸ਼ਹਿਰ ਦੇ ਵਿੱਚ ਬੀਜੇਪੀ ਦਾ ਕੋਈ ਲੀਡਰ ਆਇਆ ਹੈ ਤਾਂ ਅਸੀਂ ਉਸ ਲੀਡਰ ਦਾ ਵਿਰੋਧ ਕਰਦੇ ਹਾਂ। ਠੀਕ ਹੈ, ਆਖਰੀ ਸਵਾਲ ਮੇਰਾ, ਤੁਸੀਂ ਹੁਣ ਕੀ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਹੋ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਸਾਡੇ 650 ਦੇ ਕਰੀਬ ਕਿਸਾਨ ਉੱਥੇ ਸ਼ਹਾਦਤਾਂ ਪਾ ਗਏ ਉਹਨਾਂ ਨੂੰ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਹੋਰ ਜਿਹੜੇ ਕਾਨੂੰਨ ਆ ਰਹੇ ਆ, ਮਾਰੂ ਕਾਨੂੰਨ ਨੀਤੀਆਂ ਆ ਰਹੀਆਂ, ਉਹਨਾਂ ਨੂੰ ਰੱਦ ਕੀਤੀਆਂ ਜਾਣ। ਐਸਡੀਐਮ ਦੇ ਉੱਤੇ ਫੌਰੀ ਤੌਰ ਤੇ 307 ਦਾ ਤੇ 302 ਦਾ ਪਰਚਾ ਦਰਜ ਹੋਵੇ ਕਿਉਂਕਿ ਉੱਥੇ ਕਿਸਾਨ ਦੀ ਮੌਤ ਸਿਰ 'ਚ ਡੰਡਾ ਵੱਜਣ ਦੇ ਕਾਰਨ ਐਸਡੀਐਮ ਦੇ ਬਿਆਨਾਂ ਦੇ ਬਾਅਦ ਹੋਈ ਆ। ਇਸ ਕਰਕੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਦੇ ਉੱਤੇ 302 ਤੇ 307 ਦਾ ਪਰਚਾ ਦਰਜ ਕੀਤਾ ਜਾਵੇ। ਨਹੀਂ ਤਾਂ ਅੱਜ ਕਰਨਾਲ ਦੇ ਵਿੱਚ ਮੀਟਿੰਗ ਚੱਲ ਰਹੀ ਆ। ਜੋ ਸੰਯੁਕਤ ਮੋਰਚੇ ਦਾ ਫੈਸਲਾ ਹੋਊਗਾ ਉਹ ਫੈਸਲਾ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅਪਲਾਈ ਕਰਾਂਗੇ। ਸ਼ੁਕਰੀਆ ਗੱਲਬਾਤ ਕਰਨੀ। ਸੋ ਤੁਸੀਂ ਸੁਣਿਆ, ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਐਮਐਸਪੀ ਮੰਗ ਰਹੇ ਨੇ ਉਹ ਫਸਲਾਂ ਦੀ। ਨਾਲ ਹੀ ਹੁਣ ਇੱਕ ਵੱਡਾ ਨਵਾਂ ਮਸਲਾ ਜਿਹੜਾ ਖੜਾ ਹੋ ਗਿਆ, ਐਸਡੀਐਮ ਦਾ ਜਿਹੜਾ ਵਿਵਾਦਿਤ ਬਿਆਨ ਆਇਆ ਹੈ ਉਸ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਰੋਹ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਕੱਲ ਹਰਿਆਣਾ ਦੇ ਵਿੱਚ ਇੱਕ ਹੋਰ ਭਾਜਪਾ ਦੇ ਆਗੂ ਦੇ ਨਾਲ ਮਾਰਕੁੱਟ ਵੀ ਹੋਈ ਹੈ ਤੇ ਕਿਸਾਨਾਂ ਦੇ ਉੱਤੇ ਵੀ ਪੁਲਿਸ ਦਾ ਜਿਹੜਾ ਡੰਡਾ ਦੇਖਣ ਨੂੰ ਮਿਲਿਆ ਹੈਗਾ। ਜਿਹੜੇ ਹਾਲਾਤ ਹੈਗੇ ਨੇ ਲਗਾਤਾਰ ਤਣਾਅਪੂਰਨ ਹੁੰਦੇ ਜਾ ਰਹੇ ਨੇ। ਇਸ ਵਿਚਾਲੇ ਹੁਣ ਬੜਾ ਵੱਡਾ ਸਵਾਲ ਇਹ ਖੜਾ ਹੈ ਕਿ ਕੇਂਦਰ ਸਰਕਾਰ ਸਭ ਕੁਝ ਇਹ ਅੱਖਾਂ ਖੋਲ ਕੇ ਦੇਖਦੀ ਰਹੂਗੀ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰੇਗੀ। ਕਿਉਂਕਿ 9 ਮਹੀਨੇ ਹੋ ਗਏ ਨੇ, ਲੋਕ ਵੀ ਬਹੁਤ ਖੱਜਲ ਖੁਆਰ ਹੋ ਰਹੇ ਨੇ ਜਿਨ੍ਹਾਂ ਦੇ ਦਿੱਲੀ ਦੀਆਂ ਬਰੂਆਂ ਉੱਤੇ ਕੰਮਕਾਰ ਜਿਹੜੇ ਹੈਗੇ ਨੇ ਉਹ ਠੱਪ ਪਏ ਹੋਏ ਨੇ। ਤੇ ਇਸ ਵਿਚਾਲੇ ਅੱਜ 20 ਸੈਕਟਰ ਦੇ ਵਿੱਚ ਇਸ ਵੇਲੇ ਧਰਨਾ ਲਾਇਆ ਹੋਇਆ ਕਿਸਾਨਾਂ ਨੇ। ਕਿਸਾਨ ਪ੍ਰੈਸ ਕਲੱਬ ਵੱਲ ਵਧਣਾ ਚਾਹੁੰਦੇ ਸਨ ਚੰਡੀਗੜ੍ਹ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿੱਤਾ ਗਿਆ। ਕਿਸਾਨ ਮਨੋਹਰ ਲਾਲ ਖੱਟਰ ਜੋ ਹਰਿਆਣਾ ਦੇ ਸੀਐਮ ਨੇ ਉਹਨਾਂ ਦਾ ਵਿਰੋਧ ਕਰਨ ਲਈ ਇੱਥੇ ਪੁੱਜੇ ਹੋਏ ਸਨ। ਸੋ ਕਿਸਾਨ ਲਗਾਤਾਰ ਨਾਅਰੇਬਾਜ਼ੀ ਜਿਹੜੀ ਹੈਗੀ ਹੈ ਉਹ ਇੱਥੇ ਕਰ ਰਹੇ ਨੇ, ਕੇਂਦਰ ਸਰਕਾਰ ਦੇ ਵਿਰੁੱਧ ਵੀ ਤੇ ਖੱਟਰ ਸਰਕਾਰ ਦੇ ਵਿਰੁੱਧ ਵੀ। ਬਾਪੂ ਜੀ, ਤੁਹਾਨੂੰ ਇੱਥੇ ਰੋਕ ਦਿੱਤਾ ਗਿਆ, ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ। ਹੁਣ ਕੀ ਅੱਗੇ ਵਧੋਗੇ ਜਾਂ ਇੱਥੇ ਧਰਨਾ ਦੋਗੇ? ਵਧੂਗੇ ਅੱਗੇ, ਬਣੂਗਾ ਕਿਉਂ ਨਹੀਂ, ਬਣੂਗੇ। ਕਿਵੇਂ ਦੇਖਦੇ ਹੋ, ਕੱਲ ਇੱਕ ਐਸਡੀਐਮ ਦੀ ਸਟੇਟਮੈਂਟ ਆਈ, ਉਸ ਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ ਲਗਾਤਾਰ, ਪਰ ਪ੍ਰਸ਼ਾਸਨ ਤਾਂ ਉਹਨਾਂ ਨਾਲ ਖੜਾ ਨਜ਼ਰ ਆ ਰਿਹਾ ਹੈ। ਨਹੀਂ, ਐਸਡੀਐਮ क्या मतलब था? बिलाठियाँ डांगा मारो, ਅਸੀਂ ਵਿਰੋਧ ਕਰ ਰਹੇ ਹਾਂ, ਖੜੇ ਹਾਂ, ਆਪਣਾ ਝੰਡੇ ਦਿਖਾ ਰਹੇ, ਹੋਰ ਕੀ ਕरें? मैं गोली मारनी हमें, मारे पता हद खाली है हमारे। 9 ਮਹੀਨੇ ਹੋ ਗਏ, ਹੋਰ ਕਿੰਨਾ ਕੁ ਲੰਮਾ ਚੱਲੂ ਅੰਦੋਲਨ? खबर कद तक चलना हली इतना जब बीजेपी की वोटा नहीं पैंदियां ना जब तक 24 तक। ਅੱਗੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਣ ਵਾਲੇ। उरादा अहमद शाह बदाली वर्गे हाल है जो मोदी क्या आयो अहमद शाह बदाली का किन्नी पंजाब की करी है हिंदुस्तान पर, फिर समझा नहीं। ਹਰਿਆਣਾ ਦੇ ਹਾਲਾਤ ਜਿਹੜੇ ਲਗਾਤਾਰ ਹਿੰਸਕ ਹੁੰਦੇ ਜਾ ਰਹੇ ਨੇ। ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਉੱਥੇ ਤੇ ਖੂਨ ਦੇ ਨਾਲ ਲੱਥਪੱਥ ਤਸਵੀਰਾਂ ਵੀ ਜਿਹੜੀਆਂ ਵਾਇਰਲ ਹੋਈਆਂ ਕਾਫੀ। क्या बंदा, ਹਾਂ, ਬੰਦਾ ਵੀ ਉੱਥੇ ਇੱਕ ਮਰ ਗਿਆ ਹੈਗਾ। फिर ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਮਸਲੇ ਦਾ ਹੱਲ ਕੀ ਹੋਣਾ ਚਾਹੀਦਾ? ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ होगा, ਲੱਗਦਾ ਗੱਲਬਾਤ ਸ਼ੁਰੂ ਹੋਊਗੀ? बिल्कुल होगी। सुप्रीम कोर्ट ने भी कह रहे फैसला करो इनका, ठीक है। सुप्रीम कोर्ट ने कहना चाहिए भी इनका फैसला करो, 9 महीने बैठे। फिर ਜੇ ਸੰਘਰਸ਼ ਲੰਮਾ ਚੱਲਦਾ ਹੈ, ਕੀ ਸੋਚਿਆ ਹੋਇਆ ਤੁਸੀਂ ਫਿਰ ਅਗਲੇ ਐਕਸ਼ਨ ਕੀ ਹੋਣੇ ਚਾਹੀਦੇ ਨੇ? एक्शन तो यही चलता रहूगा, होर क्या आपे मनूगी गवर्नमेंट। जब वोटा में रखी वे वोटा कितना ले लूंगे बीजेपी वाले वोटा। फिर ਜਿਹੜੀਆਂ ਹੁਣ 5 ਸੂਬੇ ਚੋਣਾਂ ਹੋਣ ਜਾ ਰਹੀਆਂ ਨੇ, ਲੱਗਦਾ ਹੈ ਇਹਨਾਂ ਅੰਦੋਲਨ ਦਾ ਅਸਰ ਉਸ ਉੱਤੇ ਪਊਗਾ? असर तो पैनी पैना, बीजेपी ने एक नहीं पैंती, इतना सीट नहीं आती। पंजाब में तो हमने क्यों कोई नहीं, एक वोट भी नहीं पैनेगी पंजाब में, चंडीगढ़ में भी नहीं पैनेगी। हाँ, हमें सारे हाउसिंग बोर्ड रोज उठा बैठे 6 महीने हो गए मानू उठा बैठे नू। हाँ, फिर ਸੋ ਤੁਸੀਂ ਸੁਣਿਆ ਕਿ ਕਿਸਾਨਾਂ ਦਾ ਜਿਹੜਾ ਗੁੱਸਾ ਆ ਗਿਆ ਕੇਂਦਰ ਸਰਕਾਰ ਤੇ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਵਿਰੁੱਧ ਲਗਾਤਾਰ ਵੱਧਦਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਹੈ ਉਸ ਦੀ ਉਹ ਨਿਖੇਧੀ ਕਰਦੇ ਨੇ ਤੇ ਲਗਾਤਾਰ ਮੰਗ ਕਰ ਰਹੇ ਨੇ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਕੇਂਦਰ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਨੇ ਤੇ ਐਮਐਸਪੀ ਜਿਹੜੀ ਹੈਗੀ ਹੈ ਉਹ ਉਸ ਦਾ ਕਾਨੂੰਨ ਬਣਨਾ ਚਾਹੀਦਾ। ਸ਼ੋਰਟੀ ਮਿਲਣੀ ਚਾਹੀਦੀ ਹੈ ਕਿ ਫਸਲਾਂ ਦੇ ਉੱਤੇ ਐਮਐਸਪੀ ਮਿਲੇਗੀ। ਮੇਰੇ ਮਗਰ ਤੁਸੀਂ ਦੇਖੋ ਕਿ ਔਰਤਾਂ ਵੀ ਇੱਥੇ ਪੁੱਜੀਆਂ ਹੋਈਆਂ ਨੇ, ਗੱਲਬਾਤ ਕਰਾਂਗੇ। ਲੱਗਦਾ ਤੁਹਾਨੂੰ ਸਰਕਾਰ ਮੰਨੂਗੀ? ਸਰਕਾਰ ਨੂੰ ਹਰ ਹੀਲੇ ਮੰਨਣਾ ਪਊ, ਨਹੀਂ ਮੰਨੂਗੀ ਤਾਂ ਅਸੀਂ ਸੜਕਾਂ ਤੇ ਇਦਾਂ ਹੀ ਰਹਾਂਗੇ। ਵੈਸੇ ਵੀ ਤਾਂ ਸਾਡੀ ਰੋਟੀ ਖੋ ਰਿਹਾ, ਮਾਰੂਗਾ ਹੀ। ਇਸ ਨਾਲੋਂ ਅਸੀਂ 5-4 ਸਾਲ ਨਾਲੋਂ ਮਰਨ ਨਾਲੋਂ ਅੱਜ ਮਰਨਾ ਪਸੰਦ ਕਰਾਂਗੇ। ਇਸ ਲਈ ਅਸੀਂ ਸੜਕਾਂ ਜਾਮ ਕਰਾਂਗੇ, ਇਦਾਂ ਹੀ ਜਾਮ ਕਰਾਂਗੇ ਜਿੰਨੀ ਦੇਰ ਸਰਕਾਰ ਨਹੀਂ ਮੰਨਦੀ। ਇਹ ਖੱਟਰ ਦਾ ਤਾਨਾਸ਼ਾਹੀ ਵਤੀਰਾ ਇਹ ਬਹੁਤ ਪਰਸੋਂ ਬਹੁਤ ਗੁੰਡਾਗਰਦੀ ਕਰਕੇ ਹਟਿਆ। ਅੰਮ੍ਰਿਤਸਰ 'ਚ ਗੁੰਡਾਗਰਦੀ ਜ਼ਿਲ੍ਹਿਆਂਵਾਲੇ ਬਾਗ 'ਚ ਹੋਈ, ਅੱਜ ਫੇਰ ਹੋ ਰਹੀ ਆ।
ਉਸ ਦਿਨ ਦਾ ਇਹ ਕਹਿ ਰਿਹਾ ਅਸੀਂ ਜਾਂਚ ਕਰਾਂਗੇ। ਜਾਂਚ ਕੀ ਕਰਾਂਗੇ? ਤੇਰੇ ਆਪਣੇ ਬੰਦੇ ਲਾਏ ਹੋਏ ਨੇ, ਆਰਐਸਐਸ ਦੇ ਬੰਦੇ ਪੁਲਿਸ ਦੇ ਵਿੱਚ ਬਾੜੇ ਹੋਏ ਨੇ, ਜਿਹੜੇ ਸ਼ਰੇਆਮ ਕਹਿ ਰਹੇ ਨੇ ਵੀ ਇਹਨਾਂ ਦਾ ਸਿਰ ਪਾੜ ਦੋ। ਸਿਰ ਪਾੜ ਦੋ ਦਾ ਕੀ ਮਤਲਬ ਆ? ਸਾਡਾ ਹੱਕ ਬਣਦਾ, ਅਸੀਂ ਪ੍ਰੋਟੈਸਟ ਕਰ ਸਕਦੇ ਹਾਂ, ਅਸੀਂ ਪ੍ਰੋਟੈਸਟ ਕਰਾਂਗੇ। ਜਿੰਨਾ ਧੱਕਾ ਕਰਦੇ ਨੇ ਕਰ ਲੈਣ, ਸਾਨੂੰ ਜਿਸ ਤਰ੍ਹਾਂ ਸੰਯੁਕਤ ਮੋਰਚਾ ਕਾਲ ਕਰੂਗਾ ਅਸੀਂ ਇਸ ਤਰ੍ਹਾਂ ਹੀ ਪ੍ਰੋਟੈਸਟ ਕਰਦੇ ਰਹਾਂਗੇ। ਪਹਿਲਾਂ ਅੰਦੋਲਨ ਹੁੰਦੇ ਸੀ, ਔਰਤਾਂ ਘਰਾਂ ਵਿੱਚ ਬੈਠ ਜਾਂਦੀਆਂ ਸੀਗੀਆਂ ਤੇ ਚੁੱਲ੍ਹਾ ਚੌਂਕਾ ਸਾਂਭਦੀਆਂ ਸੀ। ਅੱਜ ਸੜਕਾਂ ਦੇ ਉੱਤੇ ਬੈਠੀਆਂ ਨੇ, ਕੀ ਤਬਦੀਲੀ ਦੇਖਦੇ ਹੋ? ਤਬਦੀਲੀ ਇਹ ਆ ਵੀ ਜਿਹੜਾ ਚੁੱਲ੍ਹਾ ਚੌਂਕਾ ਸਾਂਭਦੀਆਂ ਸੀ, ਅੱਜ ਜਿਹੜੀ ਇਹ ਗੰਦੀ ਸਰਕਾਰ ਬੀਜੇਪੀ ਦੀ ਸਰਕਾਰ ਆ, ਇਹ ਸਾਡੇ ਚੁੱਲ੍ਹੇ ਚੌਂਕੇ ਤੋਂ ਸਾਡੀ ਰੋਟੀ ਖੋ ਰਹੀ ਆ। ਫਿਰ ਚੁੱਲ੍ਹੇ ਚੌਂਕੇ ਤੇ ਬੈਠਣ, ਜਦ ਰੋਟੀ ਹੀ ਨਹੀਂ ਰਹਿਣੀ ਫਿਰ ਚੁੱਲ੍ਹੇ ਚੌਂਕੇ ਤੇ ਬੈਠਣ ਦਾ ਫਾਇਦਾ ਕੀ ਰਿਹਾ? ਇਸ ਕਰਕੇ ਸਾਨੂੰ ਅੱਜ ਸੜਕਾਂ ਤੇ ਉਤਰਨਾ ਪਿਆ। ਮੈਂ ਅਪੀਲ ਕਰਦੀ ਆ ਵੀ ਜਿਹੜੇ ਲੋਕ ਨਹੀਂ ਆਏ ਉਹ ਜਿੰਨਾ ਹੋ ਸਕੇ ਜੋਸ਼ ਦੇ ਨਾਲ ਇਸ 'ਚ ਜੁੜਨ, ਕਿਉਂਕਿ ਕੱਲ ਲਈ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਰਹਿਣੀ, ਕੋਈ ਸਾਡੇ ਕੋਲ ਰੋਟੀ ਨਹੀਂ ਰਹਿਣੀ। ਇਹਨਾਂ ਨੇ ਸਾਡੀ ਖੇਤੀ ਤੇ ਡਾਕਾ ਮਾਰਿਆ। ਇਹ ਚਾਹੁੰਦੇ ਨੇ ਵੀ ਖੇਤੀ ਨੂੰ ਪ੍ਰਾਈਵੇਟ ਕਰੀਏ, ਕਿਉਂਕਿ ਇਹਨਾਂ ਨੇ ਸਾਰਾ ਸੈਕਟਰ ਪ੍ਰਾਈਵੇਟ ਕਰ ਲਿਆ। ਇਹ ਸਭ ਕੁਝ ਪ੍ਰਾਈਵੇਟ ਕਰ ਰਹੇ ਨੇ। ਜੇ ਅੱਜ ਨਹੀਂ ਅਸੀਂ ਖੜਾਂਗੇ ਤਾਂ ਕੱਲ ਨੂੰ ਵੈਸੇ ਵੀ ਮਰਾਂਗੇ। ਐਸਡੀਐਮ ਦੀ ਸਟੇਟਮੈਂਟ ਆਉਂਦੀ ਹੈ ਕਿ ਕਿਸਾਨ ਜੇ ਅੱਗੇ ਵਧੇ ਨੇ ਤਾਂ ਉਹਨਾਂ ਦਾ ਸਿਰ ਫੋੜ ਦਿਓ। ਕਿਵੇਂ ਦੇਖਦੇ ਹੋ ਉਹਨਾਂ ਦੀ ਸਟੇਟਮੈਂਟ ਨੂੰ? ਬਹੁਤ ਗਲਤ ਆ ਇਹ। ਆਰਐਸਐਸ ਦਾ ਬੰਦਾ ਉਹ ਸਭ ਨੂੰ ਦਿਸ ਰਿਹਾ, ਉਹ ਕਹਿ ਰਿਹਾ, ਜਦ ਕਿ ਲਾਠੀ ਚਾਰਜ ਕਰਦਾ ਕਿਸੇ ਦੀ ਲੱਤ ਤੇ ਮਾਰੋ, ਥੋੜਾ ਕਰੋ। ਰੋਕਣ ਦਾ ਮਤਲਬ ਹੁੰਦਾ, ਨਾ ਕਿ ਸਿਰ ਪਾੜਨ ਦਾ ਮਤਲਬ ਹੁੰਦਾ। ਅੱਜ ਇੱਕ ਬੱਚੇ ਦੇ ਨੱਕ ਤੇ ਸੱਟ ਵੱਜੀ, ਉਹਦੀ ਨਿਗਾਹ ਚਲੀ ਗਈ। ਇਹ ਕੱਲ ਨੂੰ ਉਸਦੀ ਨਿਗਾਹ ਦੇ ਸਕਦੇ ਨੇ? ਜਿਸ ਦੀ ਜਾਨ ਚਲੀ ਗਈ ਉਸਦੀ ਜਾਨ ਦੇ ਸਕਦੇ ਨੇ? ਮਾਫੀ ਮੰਗ ਲੈਣਗੇ, ਕੁਝ ਹੋਰ ਕਰਨਗੇ, ਪਰ ਜਿਹੜਾ ਕੁਝ ਇਹਨਾਂ ਨੇ ਕਰ ਰਿਹਾ ਹੈ ਨਾ, ਇਹ ਬਹੁਤ ਗਲਤ ਹੋ ਰਿਹਾ। ਇੰਡੀਆ ਦੇ ਵਿੱਚ 70 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਕਿਹੜੀ ਆਜ਼ਾਦੀ ਮਿਲੀ ਆ? ਕਿਸਾਨਾਂ ਨੂੰ ਤਾਂ ਕੋਈ ਆਜ਼ਾਦੀ ਨਹੀਂ ਮਿਲੀ। ਸਾਡੀ ਕੋਈ, ਅਸੀਂ ਆਪਣੇ ਫਸਲ ਦਾ ਮੁੱਲ ਨਹੀਂ ਆਪ ਕਰ ਸਕਦੇ। ਜੇ ਉਦੋਂ ਜ਼ਿਆਦਾ ਸਾਡਾ ਖਰਚਾ ਹੁੰਦਾ, ਘੱਟ ਸਾਨੂੰ ਪੈਸਾ ਮਿਲਦਾ ਸੀ, ਫੇਰ ਵੀ ਖੇਤੀ ਕਰ ਰਹੇ ਆ। ਪਰ ਇਹ ਜਿਹੜੀ ਸਰਕਾਰ ਹੈ ਸਾਡੇ ਤੋਂ ਉਹ ਖੇਤੀ ਖੋਹ ਕੇ ਸਾਨੂੰ ਮਜ਼ਦੂਰ ਬਣਾਉਣਾ ਚਾਹੁੰਦੀ। ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਸੀ, ਪਹਿਲਾਂ ਦੂਜੀ ਸਿਆਸੀ ਪਾਰਟੀਆਂ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕੀ ਲੱਗਦਾ ਤੁਹਾਨੂੰ, ਦੂਜੀ ਸਿਆਸੀ ਪਾਰਟੀਆਂ ਦਾ ਵਿਰੋਧ ਹੋਣਾ ਚਾਹੀਦਾ ਜਾਂ ਨਹੀਂ? ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਜਿਹੜੇ ਇਹ ਜਿਸ ਦਿਨ ਬਿੱਲ ਪਾਸ ਹੋ ਕੇ ਆਏ ਨੇ, ਇਹ ਹਰਸਿਮਰਤ ਬਾਦਲ ਆ, ਉਸਨੇ ਵੀ ਇਸ ਤੇ ਸਾਈਨ ਕਰੇ ਨੇ ਵੀ ਹਾਂ ਇਹ ਬਿੱਲ ਠੀਕ ਨੇ। ਕੈਪਟਨ ਦੇ ਵੀ ਇਸ ਤੇ ਸਾਈਨ ਨੇ। ਇਹ ਅੰਦਰ ਤੇ ਸਾਰੀਆਂ ਸਰਕਾਰਾਂ ਰਲੀਆਂ ਮਿਲੀਆਂ ਹੋਈਆਂ ਨੇ। ਇਹ ਅੱਜ ਕੁਛ ਕਹੀ ਜਾਣਾ ਸੀ ਕਿਸਾਨਾਂ ਨਾਲ ਖੜੇ ਆ, ਪਰ ਇਹ ਬਿਲਕੁਲ ਕਿਸਾਨਾਂ ਨਾਲ ਨਹੀਂ ਖੜੇ ਆ। ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ, ਉਹ ਨਹੀਂ ਇਸ ਨੂੰ ਦਿਸ ਰਿਹਾ। ਇਹ ਸਾਰੇ ਆਪਸ ਵਿੱਚ ਰਲੇ ਮਿਲੇ ਹੋਏ ਨੇ। ਸਾਰੇ ਜਿੰਨੀਆਂ ਵੀ ਪਾਰਟੀਆਂ ਨੇ, ਸਭ ਦਾ ਵਿਰੋਧ ਹੋਣਾ ਚਾਹੀਦਾ। ਹੋ ਰਿਹਾ, ਹੋਰ ਵੀ ਜ਼ਿਆਦਾ ਮਤਲਬ ਚੰਗੇ ਤਰੀਕੇ ਨਾਲ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ। ਸੋ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਵਿਰੋਧ ਹੋਊਗਾ ਤਾਂ ਦੇਸ਼ ਦੇ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹ ਅੱਗੇ ਵਧ ਰਹੇ ਨੇ ਤੇ ਦੇਖਣਾ ਬੜਾ ਦਿਲਚਸਪ ਹੋਏਗਾ ਕਿ ਅੱਗੇ ਦਾ ਹੁਣ ਮਾਹੌਲ ਜਿਹੜਾ ਹੈਗਾ ਉਹ ਕੀ ਬਣਦਾ ਹੈ। ਕਿ ਅੱਗੇ ਵਧ ਰਹੇ ਹੋ, ਤੁਹਾਨੂੰ ਰਾਹ ਦੇ ਵਿੱਚ ਰੋਕਿਆ ਗਿਆ, ਮਨੋਹਰ ਲਾਲ ਖੱਟੜ ਦਾ ਘਿਰਾਓ ਨਹੀਂ ਕਰਨ ਦਿੱਤਾ ਜਾ ਰਿਹਾ, ਕੀ ਕਹੋਗੇ? ਕੀ ਕਹਿਣਾ ਜੀ, ਖੜੇ ਆ, ਪ੍ਰੋਟੈਸਟ ਕਰ ਰਹੇ ਆ। ਆਲੇ ਦਾਲੇ ਪੁਲਿਸ ਇੰਨੀ ਲਾਤੀ ਪੂਰੀ ਚੰਡੀਗੜ੍ਹ ਦੀ, ਪੂਰੀ ਮਹਿਲਾਵਾਂ ਲਾਤੀਆਂ ਨੇ। ਉੱਪਰੋਂ ਕਹਿੰਦੇ ਚੱਕ ਲਓ ਇਹਨਾਂ ਨੂੰ, ਜਿਹਨੂੰ ਚੱਕਣਾ ਤੁਸੀਂ ਚੱਕ ਲਓ। ਇਹਨਾਂ ਦਾ ਕੀ ਮਤਲਬ ਸੀਗਾ ਚੱਕਣੇ ਦਾ? ਤਾਂ ਫਿਰ ਪੁਲਿਸ ਵਾਲੇ ਥੱਪੜ ਮਾਰਿਆ ਲੇਡੀ ਦੇ, ਉਹਦੀ ਕੀ ਜ਼ਰੂਰਤ ਸੀਗੀ ਥੱਪੜ ਮਾਰਨੇ ਦੀ? ਇਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਬਣਦਾ। ਸਾਡੇ ਵਾਸਤੇ ਹੀ ਆਮ ਲੋਕਾਂ ਵਾਸਤੇ ਕੇਸ ਬਣਦੇ ਆ। ਅਸੀਂ ਚੰਡੀਗੜ੍ਹ ਦੇ ਨੁਮਾਇੰਦੇ ਹੋ ਕੇ ਚੰਡੀਗੜ੍ਹ 'ਚ ਨਹੀਂ ਐਂਟਰ ਕਰ ਸਕਦੇ ਹੈਗੇ, ਤਾਂ ਬਾਹਰ ਦੇ ਬੰਦੇ ਆ ਕੇ ਇੱਥੋਂ ਕਿਵੇਂ ਐਂਟਰ ਕਰਦੇ ਪਏ ਨੇ? ਇਹ ਬਾਹਰ ਤੋਂ ਬੰਦੇ ਆ ਕੇ ਕਿਵੇਂ ਐਂਟਰ ਕਰਦੇ ਪਏ ਆ? ਇਹਨਾਂ ਦਾ ਤਾਂ ਮਤਲਬ ਨਹੀਂ ਸੀਗਾ ਕਿ ਇਹ ਐਂਟਰ ਕਰਨ ਦੇਣ ਕਿਸੇ। ਪਹਿਲਾਂ ਜਿਹੜੀਆਂ ਘਰ ਦੀਆਂ ਔਰਤਾਂ ਸੀ, ਚੁੱਲ੍ਹਾ ਚੌਕਾ ਸਾਂਭਦੀਆਂ ਸੀਗੀਆਂ, ਤੇ ਹੁਣ ਮੈਂ ਦੇਖ ਰਿਹਾ ਤੁਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ, ਸੜਕਾਂ ਦੇ ਉੱਤੇ ਵੀ ਬੈਠੇ ਹੋਏ ਹੋ। ਕੀ ਦੇਖਦੇ ਹੋ ਕਿ ਇਸ ਵਾਰ ਮਰਦਾਂ ਦੇ ਨਾਲ ਮੋਢਾ ਲਾ ਕੇ ਔਰਤਾਂ ਖੜੀਆਂ ਨੇ, ਕੀ ਲੋੜ ਪੈ ਗਈ ਸੀ? ਐਵੇਂ ਦਾ ਪਹਿਲਾਂ ਇੰਨਾ ਕੁਝ ਹੋਇਆ ਹੀ ਨਹੀਂ ਸੀਗਾ। ਐਵੇਂ ਦਾ ਇੰਨਾ ਕੁਝ ਹੋਇਆ ਨਹੀਂ। ਜਦੋਂ ਅਸੀਂ ਪਤਾਇਸ਼ ਕੀਤੀ ਹੈ ਜੀ, ਇੰਨਾ ਕੁਝ ਹੋਇਆ ਹੀ ਨਹੀਂ ਜੋ ਕਿ ਔਰਤਾਂ ਬਾਹਰ ਨਿਕਲਣ ਦੀ ਜ਼ਰੂਰਤ ਪਵੇ। ਇਹ ਇੰਨੀ ਗੰਦੀ ਸਰਕਾਰ ਨੇ ਔਰਤਾਂ ਵੀ ਬਾਹਰ ਕੱਢਤੀਆਂ ਨੇ ਨਿਕਲਣੀਆਂ, ਕਿ ਹਾਂ ਨਿਕਲਣਾ ਪਊਗਾ। ਹੁਣ ਜੇ ਅਸੀਂ ਅੰਦਰ ਵੜ ਕੇ ਬੈਠੇ ਰਹੇ ਤਾਂ ਅਸੀਂ ਇਹਨਾਂ ਦੇ ਸਰਕਾਰਾਂ ਦੇ ਗੁਲਾਮ ਹੋ ਜਾਵਾਂਗੇ, ਕਾਰਪੋਰੇਸ਼ਨਾਂ ਘਰਾਣਿਆਂ ਦੇ ਗੁਲਾਮ ਹੋ ਜਾਵਾਂਗੇ। ਸਾਨੂੰ ਤਾਂ ਬਾਹਰ ਨਿਕਲਣਾ ਹੀ ਪਏਗਾ। ਸਾਡੇ ਅੱਗੇ ਬੱਚਿਆਂ ਦਾ ਭਵਿੱਖ ਕਿਆ ਹੈ? ਕੁਝ ਵੀ ਨਹੀਂ ਹੈਗਾ, ਨਥਿੰਗ। ਜਦੋਂ ਹੁਣ ਮੈਂ ਕਹਿੰਦੀ ਆ ਪੈਟਰੋਲ ਮਹਿੰਗਾ ਕਰਤਾ ਇਹਨਾਂ ਨੇ, ਆਪਾਂ ਇੱਕ ਗੱਡੀ 'ਚ ਬੈਠ ਕੇ 5 ਬੰਦੇ ਜਾ ਸਕਦੇ ਆ ਪੈਟਰੋਲ ਪਵਾ ਕੇ, ਜੋ ਕਿ ਅਗਰ ਖੇਤੀ ਇਹਨਾਂ ਦੇ ਅੰਡਰ ਆ ਗਈ, ਆਪਾਂ ਰੋਟੀ ਤਾਂ ਨਹੀਂ ਵੰਡ ਸਕਦੇ। ਢਿੱਡ ਨੇ ਤਾਂ ਰੋਟੀ ਓਨੀਓ ਮੰਗਣੀ ਹੈ ਨਾ। ਤਾਂ ਸਾਰਿਆਂ ਨੂੰ ਇਹੀ ਸੁਨੇਹਾ ਹੈ ਕਿ ਤੁਸੀਂ ਨਿਕਲੋ, ਵੱਧ ਚੜ ਕੇ ਨਿਕਲੋ। ਨਿਕਲਦੇ ਵੀ ਹੈ, ਇਹ ਜੀ ਕੋਈ ਗੱਲ ਨਹੀਂ, ਪਰ ਰੋਟੀ ਤਾਂ ਕੱਲੇ ਨੇ ਖਾਣੀ ਹੈ ਨਾ, ਉਸ ਨੂੰ ਤਾਂ ਨਹੀਂ ਆਪਾਂ ਵੰਡ ਸਕਦੇ। ਤਾਂ ਇਹ ਸਰਕਾਰਾਂ ਇਹ ਵੀ ਜ਼ਿਮੀਦਾਰ ਹੈ, ਅਸੀਂ ਕਹਿ ਦਿੰਦੇ ਹਾਂ ਜ਼ਿਮੀਦਾਰ ਹੈ ਜੀ, ਅਸੀਂ ਨਿਊ ਹੈ, ਅਸੀਂ ਕਿਸਾਨਾਂ ਦੇ ਨਾਲ ਹੈ। ਕਿੱਥੇ ਹੋ ਤੁਸੀਂ ਕਿਸਾਨਾਂ ਦੇ ਨਾਲ? ਜੇ ਬੀਜੇਪੀ ਬੋਲਦੇ ਆ ਬੀਜੇਪੀ ਵਾਲੇ ਕਿ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ,
ਤੁਸੀਂ ਸਾਡੇ ਨੁਮਾਇੰਦੇ ਚੁਣੇ ਹੋਏ ਹੋ, ਤੁਸੀਂ ਜਾ ਕੇ ਆਪਣੇ ਮੋਦੀ ਸਾਹਿਬ ਜੀ ਨੂੰ ਜਾ ਕੇ ਬੋਲ ਤਾਂ ਸਕਦੇ ਆ ਨਾ। ਸਾਡਾ ਤਾਂ ਘਰ ਤੋਂ ਬਾਹਰ ਨਿਕਲਣਾ ਬੰਦ ਹੋਇਆ ਪਿਆ ਵੀ ਤੁਸੀਂ ਐਵੇਂ ਕਹੋ। ਇੱਕ ਚੀਜ਼ ਦੱਸੋ, ਜਿਵੇਂ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ 2022 ਦੀਆਂ ਤੇ ਕਿਸਾਨੀ ਵੋਟਾਂ ਦੇ ਉੱਤੇ ਵੀ ਸਭ ਦੀ ਨਜ਼ਰ ਹੈਗੀ ਹੈ, ਤੇ ਪਰ ਪਿੰਡਾਂ ਦੇ ਵਿੱਚ ਹੁਣ ਵੋਟ ਲੱਗਣੇ ਸ਼ੁਰੂ ਹੋ ਗਏ ਨੇ। ਸਾਰੀਆਂ ਸਿਆਸੀ ਪਾਰਟੀਆਂ ਦੇ ਕਹਿੰਦੇ ਘਿਰਾਓ ਕਰਨਾ, ਵੜਨ ਨਹੀਂ ਦੇਣਾ ਪਿੰਡਾਂ ਵਿੱਚ। ਕੀ ਜਿਹੜਾ ਮਾਹੌਲ ਬਣਦਾ ਯਾਰ, ਤੁਹਾਨੂੰ ਕੀ ਲੱਗਦਾ ਠੀਕ ਹੈ? ਠੀਕ ਹੈ, ਇਦਾਂ ਹੀ ਹੋਣਾ ਚਾਹੀਦਾ। ਇਦਾਂ ਹੀ ਹੋਣਾ ਚਾਹੀਦਾ। ਬੀਜੇਪੀ ਵਾਲਿਆਂ ਨੂੰ ਤਾਂ ਬਿਲਕੁਲ ਵੀ ਐਂਟਰੀ ਨਹੀਂ ਦੇਣੀ ਚਾਹੀਦੀ ਪਿੰਡਾਂ 'ਚ। ਜੋ ਕਿ ਐਮਸੀ ਦੀਆਂ ਵੋਟਾਂ ਨੇ, ਮੈਨੂੰ ਲੱਗਦਾ 15-16 ਨੂੰ ਇਹਦੇ ਇਲੈਕਸ਼ਨ ਨੇ। ਹਲੇ ਤਾਂ ਅਕਤੂਬਰ 'ਚ ਇਹਨਾਂ ਨੇ ਲਿਸਟਾਂ ਕੱਢਣੀਆਂ ਕਿਹੜੇ ਕਿੱਧਰ ਦੇ ਨੇ। ਜੇ ਤੱਕ ਮੇਰਾ ਆਈਡੀਆ ਹੈ ਕਿ ਬੀਜੇਪੀ ਵਾਲੇ ਤਾਂ ਖੜੇ ਹੀ ਨਹੀਂ ਹੋਣਗੇ। ਜੋ ਕਿ ਪਿੰਡਾਂ 'ਚ, ਜਿਵੇਂ ਹੁਣ ਸਾਡੇ ਦਾ ਪਿੰਡ, ਮੈਂ ਪਿੰਡ ਦੀ ਹਾਂ, ਸਾਡੇ ਪਿੰਡਾਂ 'ਚ ਜਿਵੇਂ 4 ਪਿੰਡਾਂ 'ਚ ਬੀਜੇਪੀ ਵਾਲਿਆਂ ਨੂੰ ਡੁੱਬ ਮਰ ਜਾਣਾ ਚਾਹੀਦਾ। ਜਿਹੜੇ ਉੱਥੇ ਦੇ ਸਪੋਰਟ ਵੀ ਕਰਦੇ ਆ, ਹਾਲੇ ਵੀ ਸਪੋਰਟਰ ਹੈ, ਹੁਣ ਤਾਂ ਡੁੱਬ ਮਰ ਜਾਣਾ ਚਾਹੀਦਾ ਕਿ ਅਸੀਂ ਕੀ ਕਰਦੇ ਪਏ ਹਾਂ। ਅਸੀਂ ਸੈਕਟਰ 17 ਚੋਂ ਉੱਠ ਕੇ ਆਏ ਵੀ ਹਾਂ। ਸਸਤੀਆਂ ਜ਼ਮੀਨਾਂ ਦੇ ਭੋ ਲਿੱਤਾ, ਕੁਝ ਛੱਡਿਆ? ਕੁਝ ਵੀ ਨਹੀਂ ਛੱਡਿਆ ਇਹਨਾਂ ਨੇ। ਕੋਈ ਜ਼ਮੀਨ ਨਹੀਂ, ਕੁਝ ਨਹੀਂ। ਅਸੀਂ ਸਾਨੂੰ ਚੱਕ ਕੇ ਅਸੀਂ ਰੈਪਰ ਕਲਾਂ ਦੇ ਹੁਣ 22 ਪਿੰਡ ਬਚੇ ਹੋਏ ਆ। ਜੇ ਤੁਸੀਂ 22 ਪਿੰਡਾਂ ਦੀ ਗੱਲ ਕਰੀਏ ਨਾ, ਕਹਿਣੇ ਤਾਂ ਅਸੀਂ ਚੰਡੀਗੜ੍ਹ 'ਚ ਹੈ। ਕਦੇ ਪਿੰਡਾਂ ਦੀ ਹਾਲਤ ਦੇਖਿਓ ਚੰਡੀਗੜ੍ਹ ਦੇ ਪਿੰਡਾਂ ਦੀ, ਪੰਜਾਬ ਦੇ ਪਿੰਡਾਂ ਨਾਲੋਂ ਬੁਰਾ ਹਾਲ ਹੋਇਆ ਪਿਆ ਚੰਡੀਗੜ੍ਹ ਦੇ ਪਿੰਡਾਂ ਦਾ। ਜਦੋਂ ਪਾਣੀ ਆਉਂਦਾ ਗੋਡੇ ਗੋਡੇ ਪਾਣੀ ਹੋ ਜਾਂਦਾ, ਗੰਦਾ ਪਾਣੀ ਪੀ ਰਹੇ ਆ ਉੱਥੇ ਦਾ ਲੋਕ। ਇੰਨਾ ਬੁਰਾ ਹਾਲ। ਜਦੋਂ ਦੀ ਇਹ ਸਰਕਾਰ ਆਈ ਹੈ, 10 ਸਾਲ ਹੋ ਗਏ ਇਸ ਸਰਕਾਰ ਨੂੰ ਹੋਣੇ ਵਾਲੇ ਆ। ਉਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਸੜਕਾਂ ਬਣੀਆਂ ਸੀਗੀਆਂ, ਉਸ ਤੋਂ ਬਾਅਦ ਸਾਡੇ ਪਿੰਡ 'ਚ 1 ਇੰਟ ਤੱਕ ਨਹੀਂ ਲੱਗੀ। ਜਦ ਕਿ ਕਿਰਨ ਖੇਰ ਨੇ ਗੋਦ ਲਿੱਤਾ ਹੋਇਆ ਸੀਗਾ ਸਾਡਾ ਪਿੰਡ। ਕੀ ਨਾਮ ਪਿੰਡ ਦਾ? ਰੈਪੁਰ ਕਲਾਂ। ਹਾਂਜੀ, ਉੱਥੇ ਵਿਕਾਸ ਬਿਲਕੁਲ ਨਹੀਂ ਹੋਇਆ। ਕੁਝ ਵੀ ਨਹੀਂ ਹੋਇਆ। ਸੜਕਾਂ ਨਹੀਂ ਹੈਗੀਆਂ, 1 ਡੱਕਾ ਵੀ। ਸੀਵਰੇਜਾਂ ਨਹੀਂ ਪਈਆਂ। ਸੀਵਰੇਜਾਂ ਜਦੋਂ ਇਹ ਪਿੰਡ ਇੱਥੋਂ 17 ਚੋਂ ਰੁੜਕੀ ਉੱਠਿਆ ਸੀਗਾ, ਉਦੋਂ ਦੀਆਂ ਪਈਆਂ ਹੋਈਆਂ ਨੇ। ਹੁਣ ਤੁਸੀਂ ਦੇਖ ਲਓ 17 ਕਦੋਂ ਉੱਠਿਆ ਸੀਗਾ, ਕਿੰਨਾ ਟਾਈਮ ਹੋ ਗਿਆ 17 ਪਿੰਡ ਉੱਠੇ ਨੂੰ। ਉਸ ਤੋਂ ਬਾਅਦ ਪਾਰਕ ਨਹੀਂ ਕੋਈ, ਸ਼ਮਸ਼ਾਨ ਘਾਟ ਨਹੀਂ ਕੋਈ, ਪਾਰਕ ਨਹੀਂ। ਸਕੂਲ ਹੁਣ ਬਣੇ ਆ ਜਾ ਕੇ 4 ਸਿਰਫ ਕਲਾਸਾਂ ਸੀਗੀਆਂ ਉਸ ਰੈਪਰ ਕਲਾਂ 'ਚ, ਜੋ ਕਿ ਬੱਚੇ ਦੂਰ ਦੁਹਾਡੇ ਜਾਂਦੇ ਸੀਗੇ ਪੜ੍ਹਨੇ। ਕੁਝ ਵੀ ਨਥਿੰਗ। ਅਗਰ ਮੈਂ ਕਹਿੰਦੀ ਆ ਨਾ, ਮਤਲਬ ਝੂਠ ਬੋਲਦੇ ਆ ਕਈ ਬੰਦੇ, ਐਵੇਂ ਆ ਕਿ ਆ ਕੇ ਝੂਠ ਵੀ ਬੋਲ ਕੇ ਚਲੇ ਜਾਂਦੇ ਆ ਇਹ ਬੀਜੇਪੀ ਵਾਲੇ, ਹਣੀ ਐ ਜੀ ਓਂ ਜੀ ਫਲਾਣਾ ਜੀ। ਜੋ ਇਹਨਾਂ ਦਾ 15 ਅਗਸਤ ਨੂੰ ਲੈਕਚਰ ਹੁੰਦਾ, ਉਹੀ ਇਹਨਾਂ ਦੇ ਅਗਲੇ 15 ਅਗਸਤ ਨੂੰ ਹੁੰਦਾ। ਸਾਡੇ ਪਿੰਡ 'ਚ ਆ ਕੇ ਦੇਖ ਲਓ, ਅਗਰ ਵਿਕਾਸ 1 ਡੱਕਾ ਵੀ ਹੋਇਆ ਹੋਵੇ। ਪੰਜਾਬ ਦੇ ਲਗਭਗ 27 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਜਿਹੜਾ ਬਣਿਆ ਸੀਗਾ ਨਾ, ਤੇ ਅੱਜ ਮੰਗਣਾ ਪੈ ਰਿਹਾ ਕਿ ਚੰਡੀਗੜ੍ਹ ਸਾਡਾ ਹੈਗਾ, ਸਾਡੀ ਰਾਜਧਾਨੀ ਹੈਗੀ ਨਾ। ਕੀ ਤੁਸੀਂ ਦੇਖਦੇ ਹੋ ਕਿ ਚੰਡੀਗੜ੍ਹ ਪੰਜਾਬ ਦੇ ਨਾਲ ਜਾਣਾ ਚਾਹੀਦਾ, ਹਰਿਆਣਾ ਦੇ ਨਾਲ ਜਾਣਾ ਚਾਹੀਦਾ? ਕੀ ਮਸਲਾ ਹੱਲ ਹੋਣਾ ਚਾਹੀਦਾ ਚੰਡੀਗੜ੍ਹ ਦਾ? ਪੰਜਾਬ 'ਚ ਜਾਣਾ ਚਾਹੀਦਾ, ਪੰਜਾਬ 'ਚ ਹੀ ਜਾਣਾ ਚਾਹੀਦਾ। ਅਸੀਂ ਪੰਜਾਬੀ ਹਾਂ। ਮੇਰੇ ਪਹਿਲਾਂ ਵੀ ਮੇਰੇ ਮਾਇਕੇ ਦੀ ਗੱਲ ਕਰੀਏ, ਇਹ ਮੋਹਾਲੀ ਉੱਠ ਕੇ ਗਏ ਵੇ ਆ 7 ਫੇਸ 'ਚੋਂ। ਬਾਹਰ ਦੇ ਆ ਗਏ ਨੇ, ਕਬਜ਼ਾ ਕਰ ਲਿਆ। ਜਿਹੜੇ ਇੱਥੋਂ ਦੇ ਸੀਗੇ ਉਹ ਬਾਹਰ ਚਲੇ ਗਏ, ਜਾ ਕੇ ਦੂਰ ਦੁਹਾਡੇ ਬੈਠ ਗਏ ਨੇ। ਪਿੰਡ ਲੰਬਿਆਂ ਹੁੰਦਾ ਸੀਗਾ 7 ਫੇਸ ਦੇ ਨੇੜੇ, ਅੰਬ ਸਾਹਿਬ ਦੇ ਓਪੋਜ਼ਿਟ ਲੰਬਿਆਂ ਪਿੰਡ ਹੁੰਦਾ ਸੀਗਾ। ਉਸ ਪਿੰਡ ਤੋਂ ਆਇਆ ਸੀ, ਤੇ ਸਹੁਰੇ ਵੀ ਉਜਾੜਤੇ, ਪੇਕੇ ਵੀ ਉਜਾੜਤੇ, ਕੁਝ ਰਿਹਾ ਹੀ ਨਹੀਂ ਅੱਲੇ ਪੱਲੇ। ਚੱਕ ਕੇ ਉਸ ਟਾਈਮ ਦੀਆਂ ਛੋਟੀ ਛੋਟੀ, ਜਦ ਕਿ ਪਲਾਟ ਦਿੰਦੇ, ਕੁਛ ਦਿੰਦੇ, ਕੁਛ ਦਿੱਤਾ ਹੀ ਨਹੀਂ ਸਰਕਾਰਾਂ ਨੇ, ਸਮਝ ਨਹੀਂ ਆਇਆ। ਅੱਛਾ, ਦੂਜੀ ਗੱਲ ਗਊ ਮਾਤਾ ਦੀ ਗੱਲ ਕਰ ਲਈ ਆਪਾਂ। ਜੇ ਅਗਰ ਇਹਨਾਂ ਦੀ ਗਊ ਮਾਤਾ ਹੈ, ਤੁਸੀਂ ਰੈਪਰ ਕਲਾਂ ਦੇ ਪੰਪ ਬਣਿਆ ਹੋਇਆ ਚੌਂਕ 'ਚ ਸ਼ਾਮ ਨੂੰ ਆ ਕੇ ਦੇਖਿਓ ਕਿ ਗਊ ਮਾਤਾ, ਹਰ ਚੀਜ਼ ਤੇ ਅਸੀਂ ਟੈਕਸ ਕਟਵਾਉਂਦੇ ਆ, ਗਊ ਮਾਤਾ ਦੇ ਨਾਮ ਦਾ ਟੈਕਸ ਕੱਟਿਆ ਜਾਂਦਾ ਹੈ। ਤੇ ਉਹ ਗਊ ਮਾਤਾ ਕਿੱਥੇ ਨੇ? ਕਿਉਂ ਨਹੀਂ ਚੱਕਦੇ? ਇਹਨਾਂ ਦੇ ਕੰਨ ਸੁੱਤੇ ਪਏ ਨੇ। ਸਾਡਾ ਤਾਂ ਖੂਨ ਚੁੱਸਣੇ ਨੂੰ ਫਿਰਦੇ ਨੇ ਇਹ। ਖੂਨ, ਪ੍ਰਾਪਰਟੀ ਟੈਕਸ, ਦੂਸਰਾ ਟੈਕਸ। ਅਸੀਂ ਕਮਾਉਂਦੇ ਆ, ਖਾਂਦੇ ਆ, ਲਾਉਂਦੇ ਆ। ਤੁਸੀਂ ਸਾਡੇ ਘਰ ਆ ਕੇ ਦੇਖ ਕੇ ਜਾਂਦੇ ਹੋ। ਅਸੀਂ ਬਣਵਾਇਆ ਇਹ ਸੜਕਾਂ, ਅਸੀਂ ਬਣਵਾਈਆਂ, ਤੁਸੀਂ ਨਹੀਂ ਬਣਵਾਈਆਂ। ਅਸੀਂ ਟੈਕਸ ਦਿੱਤਾ ਤਾਂ ਬਣੀਆਂ। ਇਹ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਟੈਕਸ ਦਿੰਦੇ ਆ, ਉਹਨਾਂ ਨਾਲ ਹੀ ਇਹ ਵਿਕਾਸ ਹੁੰਦਾ ਹੈ, ਨਾ ਕਿ ਇਹ ਸਰਕਾਰਾਂ ਬਣਾਉਂਦੀਆਂ ਨੇ। ਸਰਕਾਰਾਂ ਤਾਂ ਹੁਣ ਵੇਚਣੇ ਤੇ ਲੱਗੀ ਹੋਈ ਹੈ। ਇਹਨਾਂ ਨੇ ਜਿੰਨਾ ਖਾਣਾ ਤਾਂ ਉਹ ਆਪਣੀ ਜੇਬ 'ਚ ਪਾ ਲਿਆ। ਇੰਨਾ ਪੈਸਾ ਗਿਆ ਕਿੱਥੇ? ਲੋਕਡਾਊਨ ਸੀਗਾ, ਸਾਡੇ ਪਿੰਡ ਦੇ ਬੰਦੇ, ਮਤਲਬ ਜਿਹੜੇ ਪਿੱਛੋਂ ਯੂਪੀ ਐਮਪੀ ਤੋਂ ਆ ਕੇ ਰਹੇ ਹੋਏ ਨੇ, ਭੁੱਖੇ ਮਰ ਗਏ ਉਹ ਬੰਦੇ। ਮਾਲਕਾਂ ਨੇ, ਮਕਾਨ ਮਾਲਕਾਂ ਨੇ ਕਿਰਾਏ ਮਾਫ ਕੀਤੇ ਨੇ। ਉਹ ਕਹਿੰਦੇ ਸਾਡਾ ਕੁਝ ਖਾਣੇ ਨੂੰ ਨਹੀਂ ਰਿਹਾ ਘਰ 'ਚ। ਆਏ ਜੀ, ਆਪਣਾ ਕੋਈ ਬੀਜੇਪੀ ਦਾ ਨੁਮਾਇੰਦਾ ਸੀਗਾ, 2 ਥੈਲੇ ਫੜਾਏ, ਫੋਟੋ ਖਿਚਵਾਈ, ਅਸੀਂ ਫੜਾਤੇ। ਜਦ ਕਿ ਤੁਹਾਡੀ ਡਿਊਟੀ ਆ, ਤੁਸੀਂ ਲਾਓ ਆਪਣਾ ਵੀ ਸਾਰਾ ਕੁਝ ਵੰਡਣੇ ਨੂੰ। ਫੋਟੋ ਖਿਚਵਾਈ ਔਰ ਚਲੇ ਗਏ। ਉਹਨੇ ਜਿਹੜੇ ਜਿਨ੍ਹਾਂ ਨੂੰ ਦਿੱਤਾ ਸੀ ਅੱਗੇ, ਉਹਨਾਂ ਨੇ ਕੀ ਕੀਤਾ? ਆਪਣੇ ਘਰ 'ਚ ਰੱਖ ਲਿਆ। ਮੇਰੇ ਸਾਹਮਣੇ ਦੀ ਗੱਲ ਹੈ ਇਹ, ਸਾਹਮਣੇ ਦੀ।
ਬਸ ਤਸਵੀਰਾਂ ਕਾਇਮ, ਔਰ ਜਿਹੜੇ ਸਮਾਨ ਅੰਦਰ ਰੱਖਿਆ, ਜਿਹੜੇ ਆਪਣੇ ਵੀ ਹਾਂ ਇਹ ਮੇਰੇ ਨਾਲ ਬੋਲਦੇ ਆ, ਇਹ ਐਵੇਂ ਆ, ਉਹਨਾਂ ਨੂੰ ਚੱਕ ਕੇ ਸਮਾਨ ਦਿੱਤਾ। ਕਿਉਂ? ਹੋਰ ਕੋਈ ਬੰਦੇ ਨਹੀਂ, ਹੋਰਾਂ ਦਾ ਢਿੱਡ ਨਹੀਂ ਲੱਗਿਆ ਹੋਇਆ। ਬਹੁਤ ਸਾਰੇ ਲੋਕਾਂ ਨਾਲ ਵਧੀਕੀਆਂ ਵੀ ਹੋ ਰਹੀਆਂ ਨਾ। ਹੁਣ ਕੱਲ ਪਰਸੋਂ ਦੀ ਗੱਲ ਕਰੀਏ, ਹਰਿਆਣਾ ਦੇ ਵਿੱਚ ਲਾਠੀਚਾਰਜ ਹੋਇਆ ਕਿਸਾਨਾਂ ਦੇ ਉੱਤੇ, ਖੂਨ ਨਾਲ ਲੱਤ-ਪੱਤ ਤਸਵੀਰਾਂ ਵੀ ਆਈਆਂ ਨਾ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਦਾਂ ਦੇ ਲਾਠੀਚਾਰਜ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਲੋਕ ਹੈਗੇ ਨੇ, ਪ੍ਰਸ਼ਾਸਨ ਤਾਂ ਇਹ ਸੋਚਦਾ ਕਿ ਡਰ ਕੇ ਹੁਣ ਘਰਾਂ ਦੇ ਵਿੱਚ ਬੈਠ ਜਾਣਗੇ, ਪਰ ਤੁਸੀਂ ਅੱਜ ਫਿਰ ਧਰਨਾ ਦੇ ਰਹੇ ਹੋ? ਅਸੀਂ ਕਿਉਂ ਡਰ ਕੇ ਬੈਠ ਗਏ? ਅਸੀਂ ਕੀ ਚੋਰੀ ਕੀਤੀ ਹੈ? ਅਸੀਂ ਡਰ ਕੇ ਕਿਉਂ ਬੈਠਾਂਗੇ? ਐਸਡੀਐਮ ਦਾ ਹੁਕਮ ਕਿਉਂ ਸੀਗਾ ਇਹ ਕੁਝ ਦੇਣੇ ਦਾ? ਪ੍ਰਸ਼ਾਸਨ ਇੱਦਾਂ ਹੀ ਡੰਡਾ ਚਲਾਉਂਦਾ ਰਿਹਾ, ਤੁਸੀਂ ਅੱਗੇ ਵਧੋਗੇ? ਫਿਰ ਅਸੀਂ ਘਰ 'ਚ ਬੰਦ ਹੋ ਜਾਾਂਗੇ। ਜੇ ਪ੍ਰਸ਼ਾਸਨ ਡੰਡਾ ਚਲਾਉਂਦਾ ਰਿਹਾ, ਘਰ 'ਚ ਬੰਦ ਹੋਣੇ ਦਾ ਹੀ ਕੰਮ ਹੋਇਆ ਪਿਆ। ਪਰ ਫਿਰ ਵੀ ਅਸੀਂ ਹੁੰਦੇ ਨਹੀਂ, ਫਿਰ ਵੀ ਨਹੀਂ ਹੁੰਦੇ ਕਿ ਸਾਡੇ ਹੌਸਲੇ ਕਾਇਮ ਨੇ, ਅੱਗੇ ਵਧਾਂਗੇ। ਹਰਿਆਣਾ ਤੇ ਪੰਜਾਬ ਦਾ ਏਕਾ ਦੇਖਣ ਨੂੰ ਮਿਲਿਆ, ਇਦਾਂ ਬਰਕਰਾਰ ਰਹੂਗਾ? ਹਾਂ ਬਿਲਕੁਲ। ਹਰਿਆਣਾ ਮੇਰੇ ਨਾਨਕੇ ਨੇ, ਅੰਬਾਲਾ। ਅਸੀਂ ਕਿਵੇਂ ਆਪਣੇ ਖੂਨ ਨੂੰ ਛੱਡ ਦਈਏ? ਜਿੱਧਰ ਦੀਆਂ ਧੀਆਂ ਇੱਧਰ ਵਿਆਹੀਆਂ ਹੋਈਆਂ, ਕੁਛ ਧੀਆਂ ਇੱਧਰ ਵਿਆਹੀਆਂ ਹੋਈਆਂ, ਆਪਣੇ ਖੂਨ ਨੂੰ ਛੱਡਿਆ ਜਾ ਸਕਦਾ? ਸਾਡੇ ਰਿਸ਼ਤੇਦਾਰ ਹੈ, ਛੱਡਿਆ ਜਾ ਸਕਦਾ? ਆਪਣੇ ਗਵਾਂਢੀ ਨੂੰ ਛੱਡਿਆ ਜਾ ਸਕਦਾ? ਕਦੇ ਨਹੀਂ ਛੱਡਿਆ ਜਾ ਸਕਦਾ। ਇਹ ਤਾਂ ਸਿਆਸੀਆਂ ਪਾਰਟੀਆਂ ਹੁੰਦੀਆਂ ਨੇ ਜੋ ਐਵੇਂ ਕਹਿੰਦੀਆਂ ਕਿ ਇਹ ਤਾਂ ਹਰਿਆਣਾ ਹੈ, ਇਹ ਪੰਜਾਬ ਹੈ। ਅੱਛਾ, ਰਹਿ ਗਈ ਤੁਸੀਂ ਵੱਡਾ ਯੋਗਦਾਨ ਦੀ, ਪੰਜਾਬ ਦਾ ਵੱਡਾ ਯੋਗਦਾਨ ਹੈ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ। ਇਹ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੀ ਹੈ ਇਸ ਬਾਰੇ ਕਿ ਇਤਿਹਾਸ ਇਹ ਤਾਂ ਸ਼ੁਰੂ ਤੋਂ ਹੀ ਬਾਹਰ ਮੁਲਕਾਂ ਤੱਕ ਸਾਨੂੰ ਇੱਥੇ ਨਹੀਂ ਇਤਿਹਾਸ ਦਾ ਦਰਜਾ ਮਿਲਿਆ। ਚੰਡੀਗੜ੍ਹ 'ਚ ਹੁਣ ਦੇਖੋ ਜੀ, ਚੰਡੀਗੜ੍ਹ ਦੀ ਗੱਲ ਕਰੀਏ, ਪੰਜਾਬੀ ਉੱਪਰ ਹੋਣੀ ਚਾਹੀਦੀ ਹੈ। ਜਦੋਂ ਪਿੰਡਾਂ ਤੋਂ ਉੱਜੜ ਕੇ ਗਏ ਆ, ਪੰਜਾਬੀ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ। ਇਹਨਾਂ ਨੇ ਥੱਲੇ ਕਿਉਂ ਰੱਖੀ ਹੋਈ ਹੈ? ਥੱਲੇ ਕਿਆ ਹੈ ਹੀ ਨਹੀਂ, ਇੰਗਲਿਸ਼। ਅਸੀਂ ਇੰਜ ਨਹੀਂ ਕਹਿੰਦੇ ਕਿ ਇੰਗਲਿਸ਼ ਲਾਓ, ਕੋਈ ਗੱਲ ਨਹੀਂ, ਸਾਡੀ ਪੰਜਾਬੀ ਉੱਤੇ ਨਾਮ ਦਿੱਤਾ ਜਾਵੇ ਪੰਜਾਬ ਦਾ। ਫਿਰ ਰਹਿ ਗਈ ਆਪਣਾ ਉਸ ਦੀ ਗੱਲ, ਕੀ ਕਹਿੰਦੇ ਆ, ਹਰਿਆਣਾ ਪੰਜਾਬ ਦੀ। ਅਸੀਂ ਤਾਂ ਇਕਜੁੱਟ ਹੈ, ਇਕਜੁੱਟ ਰਵਾਂਗੇ, ਇਕਜੁੱਟ। ਇਹਨਾਂ ਦਾ ਜਿਹੜੀਆਂ ਸਰਕਾਰ ਹੈ, ਇਹਨਾਂ ਧਰਮਾਂ ਦੇ ਨਾਮ ਤੇ ਵੰਡਣਾ ਸਟਾਰਟ ਕਰਤਾ ਕਿ ਧਰਮ ਇਹ ਲੱਗ ਗਿਆ ਜੀ। ਇਹ ਤਾਂ ਆਪਣੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਾਂ ਧਰਮਾਂ ਨਾਲ ਨਹੀਂ ਜੁੜੇ ਹੋਏ, ਆਪਾਂ ਇਨਸਾਨੀਅਤ ਨਾਲ ਜੁੜੇ ਹੋਏ ਹਾਂ। ਧਰਮ ਸਭ ਦੇ ਅਲੱਗ-ਅਲੱਗ ਭਾਵੇਂ ਹੋਣ, ਖੂਨ ਤਾਂ ਇੱਕੇ ਵਸਦਾ ਹੈ ਨਾ। ਕਦੇ ਆਪਾਂ ਜਦੋਂ ਆਪਾਂ ਨੂੰ ਬਲੱਡ ਚਾਹੀਦਾ ਹੁੰਦਾ ਹੈ, ਕਦੇ ਆਪਾਂ ਨੇ ਦੇਖਿਆ ਹਿੰਦੂ ਦਾ ਖੂਨ ਹੈ ਕਿ ਮੁਸਲਮਾਨ ਦਾ ਖੂਨ ਹੈ ਕਿ ਸਿੱਖ ਦਾ ਖੂਨ ਹੈ? ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਕਿਸਾਨੀ ਅੰਦੋਲਨ ਨੂੰ ਲੈ ਕੇ? ਕਿ ਇਹ ਜੋ ਆਪਣੇ ਰੂਲ ਬਣਾਏ ਹੈ ਤਿੰਨ, ਤੁਸੀਂ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਅਗਰ ਮੈਂ ਪਿੱਛੋਂ ਦੇਖਦੀ ਹਾਂ, ਮੇਰੇ ਮਾਮਾ ਜੀ ਪ੍ਰਧਾਨ ਨੇ ਰਾਜਪੁਰਾ ਮੰਡੀ ਦੇ, ਹਰਦੀਪ ਸਿੰਘ ਲਾਡਾ, ਤਾਂ ਅਸੀਂ ਤਾਂ ਕਿਸਾਨੀ ਨਾਲ ਜੁੜੇ ਹੋਏ ਹਾਂ। ਜੇ ਮੈਂ ਪਿੱਛੋਂ ਪਿਛੋਕੜ ਦੱਸਾਂ, ਆਪਣਾ ਲੰਬਿਆਂ ਦੱਸਿਆ, ਉਸ ਤੋਂ ਬਾਅਦ ਸਾਡਾ ਕੌਲੀ ਪਿੰਡ ਹੈ, ਖੇਤਾਂ 'ਚ ਘਰ ਹੈ, ਅਸੀਂ ਤਾਂ ਉਹਨਾਂ 'ਚ ਜੰਮੇ ਪਲੇ ਵੀ ਹਾਂ। ਖੇਤਾਂ ਨਾਲ ਸਾਨੂੰ ਕਿੰਨਾ ਲਗਾਅ ਹੋਏਗਾ। ਸਾਡਾ ਵਿਆਹ ਸ਼ਾਇਦ ਚੰਡੀਗੜ੍ਹ 'ਚ ਹੋ ਚੁੱਕਿਆ ਹੋਵੇ, ਪਰ ਕਾਣਾ ਆਪਣੀ ਜੰਮਣ ਭੂਮੀ ਨੂੰ ਕਿਵੇਂ ਅਸੀਂ ਭੁੱਲ ਸਕਦੇ ਹਾਂ, ਜਦ ਕਿ ਸਾਡੇ ਵੀ ਖੇਤ ਨੇ। ਇਹਨਾਂ ਨੂੰ ਰੱਦ ਕਰਨਾ ਹੀ ਤੁਹਾਡੇ 'ਚ ਭਲਾਈ ਹੈ। ਨਹੀਂ ਤਾਂ ਦੇਖੋ ਜੀ, ਸਾਡੇ ਤਾਂ ਡਟੇ ਹੋਏ ਆ, ਡਟੇ ਹਾਂ, ਡਟੇ ਰਹਾਂਗੇ। ਸੋ ਤੁਸੀਂ ਸੁਣਿਆ ਕਿ ਜਿਹੜੀਆਂ ਔਰਤਾਂ ਹੈਗੀਆਂ ਨੇ ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਪਾ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਡੇ ਪਿੰਡ ਸੀ ਚੰਡੀਗੜ੍ਹ ਦੇ, ਇਹਨਾਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਅੱਜ ਇਸ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਰੋਸ ਮੁਜ਼ਾਹਰਿਆਂ ਦੀ ਇਜਾਜ਼ਤ ਨਹੀਂ ਹੈਗੀ। ਚੰਡੀਗੜ੍ਹ ਉਹਨਾਂ ਤੋਂ ਖੋਇਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ, ਲੇਕਿਨ ਅੱਜ ਇੱਥੇ ਪੰਜਾਬੀ ਤੀਜੇ ਨੰਬਰ ਤੇ ਆ ਗਈ ਹੈ ਤੇ ਅੰਗਰੇਜ਼ੀ ਉੱਪਰ ਆ ਗਈ ਹੈ। ਤੇ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚੋਂ ਜਿਹੜੇ ਹੋਰ ਮਸਲੇ ਵੀ ਉੱਭਰ ਰਹੇ ਨੇ, ਉਹ ਵੀ ਇੱਕ ਸਿਆਸਤ ਦਾ ਹਿੱਸਾ ਜ਼ਰੂਰ ਬਣ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗਿਲਾ ਜ਼ਰੂਰ ਹੈਗਾ ਕਿ ਜਿਹੜਾ ਸਾਡਾ ਹੱਕ ਹੈਗਾ ਉਹ ਮਾਰਿਆ ਜਾ ਰਿਹਾ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਕੇਂਦਰ ਸਰਕਾਰ ਕਦੋਂ ਇਸ ਮਸਲੇ ਦਾ ਹੱਲ ਕਰਦੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰ ਟੀਵੀ।